ਉਹਨੂੰ ਚਾਹ ਜਾਂ ਅਬਦੁੱਲਾ ਨੂੰ ਚਾਹ? ਦੋਵਾਂ ਨਹੀਂ ਚਾਹੋ, ਦੋਵੇਂ ਆਸ਼ਕੇ ਰਸੂਲ ਨੇ। ਠੀਕ ਹੋ ਗਿਆ। ਤੇ ਮੈਂ ਥੱਲੇ ਲੈ ਜਾ ਮੇਰੇ ਤੇ ਹੈ ਜੀ। ਜੇ ਤੁਸੀਂ ਥੱਲੇ ਲਓ ਤੇ ਮੈਨੂੰ ਵੀ ਨਾਲ ਲੈ ਜਾਣਾ ਗੋਦੀ ਚਾਹ। ਸਾਨੀ ਸਾਹਿਬ ਪਲੀਜ਼ ਨਾ ਲਿਓ ਕਿਸੇ ਨੂੰ, ਹੈ ਜੀ। ਨਾ ਲਿਓ ਜੇ ਕਿਸੇ ਨੂੰ ਵੀ ਥੱਲੇ, ਜਿਨ੍ਹਾਂ ਨੂੰ ਕਹਿ ਰਹੇ ਨੇ ਨਾ ਬਿਲਕੁਲ ਨਾ ਲਿਓ ਜੀ। ਤੁਸੀਂ ਬਰਾੜ ਨੂੰ ਚਲਾਓ। ਤੁਹਾਡੀ ਗੱਲ ਤੇ ਬਾਜਵਾ ਸਾਹਿਬ ਹੁਸੈਨੀ ਸਾਹਿਬ ਮੌਲੀ ਲੈਣਗੇ ਮੇਰੇ ਖਿਆਲ ਨਾਲ। ਨਹੀਂ ਆਪ ਦੇਖੋ ਨਾ, ਇੰਨਾ ਪਿਆਰਾ ਇਹਨਾਂ ਨੇ ਕਲਾਮ ਪੜਿਆ, ਮਜ਼ਾ ਹੀ ਆ ਗਿਆ। ਡਿਕਟੇਸ਼ਨ ਕਿਸੇ ਦੀ ਨਹੀਂ ਮੰਨਦੇ ਤੇ ਇਹਨਾਂ ਕੋ ਮੈਂ ਕਹਿੰਦਾ ਕਿ ਟਿਕਟਾਕ ਤੇ ਨਾ ਤੁਹਾਡੇ ਗਾਣੇ ਚੱਲ ਪਏ ਤੇ ਫਿਰ ਤੇ ਗਈ। ਮੈਂ ਕਹਿੰਦਾ ਜਿੰਨਾ ਮੁਹੰਮਦ ਖਾਨ ਕਹਿੰਦੇ ਬਈ ਸੁਬਾਹ ਤੋਂ ਅਸੀਂ 2-2.5 ਘੰਟੇ ਤੋਂ ਚੱਲ ਰਹੇ, ਲੋਕ ਸਾਰੀਆਂ ਗੱਲਾਂ ਲਿਖ ਰਹੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਬੜੀਆਂ ਅੱਛੀਆਂ ਗੱਲਾਂ ਲੋਕ ਥੱਲੇ ਲਿਖਦੇ ਨੇ। ਉਹਨਾਂ ਨੇ ਆ ਕੇ ਮਹਿਸੂਸ ਕੀਤਾ ਕਿ ਇੱਕ ਬਹੁਤ ਹੀ ਗੰਦਾ ਕਮੈਂਟ ਆਇਆ। ਉਹ ਕਹਿਣ ਲੱਗੇ ਤੂੰ ਇਸ ਕਮੈਂਟ ਨੂੰ ਨਹੀਂ ਮਿਟਾਇਆ ਤੇ ਮੇਰਾ ਤੂੰ ਪਿਛਲੇ ਸਾਲ ਬਣਾ ਦਿੱਤਾ ਆ। ਪਿਛਲੇ ਸਾਲ ਹੁਸੈਨੀ ਸਾਹਿਬ ਇਸ ਗੱਲ ਨੂੰ ਇੱਕ ਮਹੀਨਾ ਰਗੜਨਗੇ, ਪੂਰਾ 1 ਮਹੀਨਾ। ਹਾਂਜੀ ਮੈਂ ਕਿਹਾ ਹੁਸੈਨੀ ਸਾਹਿਬ ਇਸ ਬਾਤ पर ਕੀ ਹਾਲ ਹੈ? ਇੱਕ ਮਹੀਨਾ ਮੈਂ ਪਿਛਲੇ ਸਾਲ ਚਾਹ ਪੀਣ ਗਿਆ ਆ, ਕੋਈ ਦਿਨ ਖਾਲੀ ਨਹੀਂ ਗਿਆ ਜਿਸ ਦਿਨ ਬੰਬਾਸਟਰ ਸਾਹਿਬ ਨੇ ਚਾਹ ਦਾ ਜ਼ਿਕਰ ਨਾ ਕੀਤਾ ਹੋਵੇ। ਯਾਦਾਸ਼ਤ ਇਹਨਾਂ ਦੀ ਵੀ ਅੱਛੀ, ਮੇਰੇ ਨਾਲੋਂ ਜ਼ਿਆਦਾ ਬਿਹਤਰ ਤੌਰ ਤੇ ਯਾਦ ਰੱਖ। ਨਹੀਂ ਉਹ ਤੁਸੀਂ ਚਾਹ ਪਿਛਲੇ ਸਾਲ ਗਏ ਸਨ, ਲੇਕਿਨ ਉਹ ਤੁਸੀਂ ਰੂਟੀਨ ਜਾਰੀ ਰੱਖੀ ਹੈ ਚਾਹ ਵਾਲੀ, ਤੇ ਇਸ ਕਰਕੇ ਉਹ ਪੁਆਇੰਟ ਆਂਦਾ ਰਹਿੰਦਾ ਉੱਤੇ। ਅੱਛਾ, ਤੁਸੀਂ ਵਿੱਚ ਉਹ ਨਹੀਂ ਕਰਦੇ ਜਿਹੜੇ ਮੁਹੰਮਦ ਖਾਨ ਆਏ, ਉਹਨਾਂ ਨੇ ਸਿਰਫ ਉਹ ਬਾਰ-ਬਾਰ ਹੀ ਉਹਨਾਂ ਦੇ ਮਿਟਾਏ ਗਏ ਨੇ। ਉਹਨਾਂ ਤੇ ਕਿਹਾ ਮੇਰਾ ਇੱਕ ਵਾਰੀ ਮਿਟਾਇਆ। ਬਸ ਐਸੇ ਤਰ੍ਹਾਂ। ਹੁਸੈਨੀ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਹੁਸੈਨੀ ਸਾਹਿਬ ਤੁਹਾਡਾ ਹਾਲ ਕੀ ਹੈ? ਮਿਹਰਬਾਨੀ ਹੁਸੈਨੀ ਹੈ ਸਾਹਿਬ ਮੌਕਾ ਦਿਆ ਕਰੋ, ਇਹਨਾਂ ਦੀ ਖਿਦਮਤ ਦਾ ਮੌਕਾ ਦਿਆ ਕਰੋ, ਤੁਸੀਂ ਥੱਲੇ ਲਾ ਦਿੰਦੇ ਹੋ। ਬਸ ਇਹੋ ਹੀ ਤੁਹਾਡੇ ਕੋਲ ਮਾਫੀ ਮੰਗਣੀ ਵੀ ਮੈਂ, ਉਹ ਕਹਿੰਦੇ ਵੀ ਇਹ ਗੈਰ ਅਹਿਮਦੀ ਹੈ ਤੇ ਇਹ ਆ ਕੇ ਬਦਜ਼ੁਬਾਨੀ ਕਰਦਾ ਹੈ। ਅਸੀਂ ਅਹਿਮਦੀ ਸਾਰੇ ਗਾਲਾਂ ਤੋਂ ਬਾਜ਼ ਆ ਗਏ ਹਾਂ, ਕੋਈ ਗਾਲ ਨਹੀਂ ਕੱਢਦਾ, ਕੋਈ ਬੁਰਾ ਲਫ਼ਜ਼ ਨਹੀਂ ਬੋਲਦਾ। ਤੇ ਮੈਂ ਕਿਹਾ ਚਲੋ ਫਿਰ ਗੈਰ ਅਹਿਮਦੀ ਨੂੰ ਥੱਲੇ ਲਾ ਦਿਓ ਤਾਂ ਕਿ ਬਾਕੀ ਸਾਰੇ ਦਰੂਦ ਸ਼ਰੀਫ ਪੜ੍ਹਦੇ ਰਹਿਣ। ਇਹ ਵਜ੍ਹਾ ਹੋਈ ਹੈ। नहीं देखो हुसैनी साहब, मैं भी हूँ, मैं बहुत बड़ा गालीबाज हूँ, मैं वॉलंटरीली जा रहा हूँ। हुसैनी साहब ਇਹ ਪਹਿਲੀ ਵਾਰੀ ਕੋਈ ਇਹਦੇ ਤੇ ਇਹ ਕੰਮ ਨਹੀਂ ਹੋਇਆ ਜਰੀਉਲਾ ਵਾਲਾ, ਠੀਕ ਹੈ। ਸਭ ਤੋਂ ਪਹਿਲੇ ਇਹਨੇ ਬਦਤਮੀਜ਼ੀ ਕੀਤੀ ਸੀ WhatsApp ਤੇ ਲਈ ਕਵਾਨ ਨਾਲ, ਜਰਮਨੀ ਤੋਂ ਉਹਦਾ ਤਲਕ ਹੈ। ਉਹਨੇ ਇਹਨੂੰ, ਉਹ ਵੀ ਅਹਿਮਦੀ ਨਾਲ, ਉਹਨੇ ਇਹਨੂੰ ਉਹ ਗਾਲ ਕੱਢੀ ਔਰ ਇਹਨੇ ਉਹਨੂੰ ਉਹ ਗਾਲ ਕੱਢੀ। ਇਹਦਾ ਰਵੱਈਆ ਉਹ ਚੇਂਜ ਨਹੀਂ ਹੋਇਆ ਅੱਜ ਤੱਕ। ਅਸਲ 'ਚ ਮਸਲਾ ਇਹ ਹੈ ਕਿ ਇਹਦੇ ਵਾਲਿਦ ਨਾਲ ਬਲਾਤਕਾਰੀ ਕੀਤੀ ਗਈ ਰਬਵਾ ਦੇ ਵਿੱਚ। 6 ਦੁਕਾਨਾਂ ਤੇ ਅਜਿਹੀਆਂ ਤੇ ਕਬਜ਼ਾ ਕੀਤੇ ਅਹਿਮਦੀਆਂ ਨੇ। ਉਹਦਾ ਇਹ ਬਦਲਾ ਸਾਡੇ ਕੋਲ ਲੈਣਾ ਚਾਹੁੰਦਾ। ਮੇਰਾ ਨਹੀਂ ਖਿਆਲ ਕਿ ਇਹਨਾਂ ਦੇ ਵਾਲਿਦ ਔਰ ਉਹ ਲਈ ਕਵਾਨ ਲਈ ਨਹੀਂ, ਇਹ ਤੇ ਗੱਲ ਇਹਨੇ ਖੁਦ ਦੱਸੀ ਹੈ ਕਿ ਮੇਰੇ ਵਾਲਿਦ ਦੀਆਂ 6 ਦੁਕਾਨਾਂ ਤੇ ਕਬਜ਼ਾ ਕੀਤਾ ਅਹਿਮਦੀਆਂ ਨੇ, ਅੱਜ ਤੱਕ ਮੈਂ ਛੁਡਵਾ ਨਹੀਂ ਸਕਿਆ ਰਬਵਾ ਦੇ ਵਿੱਚ। ਇਹ ਗੱਲ ਤੇ ਅਬਦੁੱਲਾ ਭਾਈ ਸਾਰਾ ਦਿਨ ਬਰਾੜ ਉੱਤੇ ਥੱਲੇ ਹੁੰਦੀ। ਮੈਂ ਥੋੜੀ ਜੀ ਅੱਜ ਮੈਂ ਥੋੜਾ ਹੁਣ ਬਈਏ ਗੱਪਸ਼ਪ ਲਾਈਏ, ਮੇਰਾ ਖਿਆਲ ਹੁਣ ਥੋੜਾ ਇਖਤਲਾਫੀ ਮੌਜੂਦ। ਕਸ਼ਮੀਰੀ ਸਾਹਿਬ ਥੱਲੇ ਤਸ਼ਰੀਫ ਲੈ ਗਏ ਨੇ, ਅਗਰ ਬਾਜਵਾ ਸਾਹਿਬ ਸੁਣ ਰਹੇ ਨੇ 1 ਮਿੰਟ ਵਾਸਤੇ ਆ ਜਾਣ। ਮੈਂ ਉਹਨਾਂ ਨੂੰ ਪਹਿਲੇ ਤੇ ਐਪਰੀਸ਼ੀਏਟ ਕਰਾਂਗਾ, ਉਹਨਾਂ ਨੇ ਬੜੀ ਮਾਕੂਲ ਗੱਲ ਕੀਤੀ ਕਿ ਇਹ ਜਿਹੜਾ ਮਾਹੌਲ ਹੈ ਨਾ ਇਹਨੂੰ ਠੀਕ ਕਰਨ ਵਾਸਤੇ ਉਹਨਾਂ ਨੇ ਹੁਸੈਨੀ ਸਾਹਿਬ ਨੂੰ ਕਿਹਾ ਕਿ ਜੀ ਤੁਸੀਂ ਨਾ ਲੈਣਾ, ਲੇਕਿਨ ਜਿਹੜਾ ਬੰਦਾ ਇੱਥੇ ਗਲਾਜ਼ਤ ਬਕ ਰਿਹਾ, ਮੂੰਹ ਦੇ ਵਿੱਚੋਂ ਗੰਦ ਸੁਣਾ ਰਿਹਾ, ਉਹਦੀਆਂ ਗੰਦਗੀ ਸਾਈਡ ਤੇ ਕਰਕੇ ਤੇ ਇਹਨਾਂ ਨੂੰ ਉਹ ਗੱਲ ਯਾਦ ਰਹਿ ਗਈ ਕਿ ਕਿਸੇ ਲੜਕੇ ਦੀ ਉਹਨਾਂ ਨੇ ਸੁਣਾਈ ਕਿ ਬੜਾ ਉਹ ਹੋਣਹਾਰ ਸੀ, ਬੜਾ ਉਹ ਪੜ੍ਹਿਆ ਲਿਖਿਆ ਬੱਚਾ ਸੀ, ਉਹਨੂੰ ਜੇਲ੍ਹ 'ਚ ਪਾ ਦਿੱਤਾ, ਤੇ ਬਾਕੀ ਗੱਲਾਂ ਉਹ ਭੁੱਲ ਗਏ ਨੇ ਸਾਰੀਆਂ ਜਿਹੜੀਆਂ ਉਹਨਾਂ ਨੇ ਜਿੱਥੋਂ ਸ਼ੁਰੂ ਕੀਤੀ। ਹੁਣ ਬਾਜਵਾ ਸਾਹਿਬ ਨੇ ਇਹ ਤੇ ਕਹਿ ਦਿੱਤਾ ਹੁਸੈਨੀ ਸਾਹਿਬ ਜਿਹਨੂੰ ਇਹ ਬੰਦਾ ਕਹਿ ਰਿਹਾ ਨਾ ਉਹਨੂੰ ਨਾ ਚੁੱਕਣਾ, ਲੇਕਿਨ ਇਹਨੂੰ ਭਾਈ ਰੱਖੋ ਇੱਥੇ, ਜੋ ਬਕਵਾਸ ਕਰੀ ਜਾ ਰਹੇ, ਜੋ ਭੌਂਕਦਾ ਪਿਆ, ਮੂੰਹ 'ਚੋਂ ਗਟਰ ਕੱਢਦਾ ਪਿਆ, ਇਹਨੂੰ ਕੱਢੀ ਜਾਣ ਦਿਓ। ਲੇਕਿਨ ਤੁਸੀਂ ਮੇਰੀ ਗੱਲ ਮੰਨ ਲਓ, ਸਿਆਣੇ ਬਣੋ, ਜਿਹਨੂੰ ਮੈਂ ਕਹਿ ਰਿਹਾ ਉਹਨੂੰ ਨਾ ਚੁੱਕਿਆ ਜੇ। ਕਿਉਂ? ਉਹਦੇ ਵਾਸਤੇ ਤੇ ਉਹਨੇ ਕਿਹਾ ਕਿ ਜੀ ਉਹਨੂੰ ਚੁੱਕ ਲਓ, ਨਾਤ ਪੜ ਦੇਗਾ ਫਲਾਣੇ। ਨਹੀਂ, ਤੁਸੀਂ ਰਹਿਣ ਦਿਓ ਨਾਤਾ ਪੜਨ ਨੂੰ। ਇਹ ਜਿਹੜਾ ਬੰਦਾ ਗੰਦ ਬਕਦਾ ਪਿਆ ਇਹਨੂੰ ਬੱਕੀ ਜਾਣ ਦਿਓ, ਪ੍ਰਵੋਕ ਕਰ ਰਿਹਾ ਲੋਕਾਂ ਨੂੰ, ਇਹਨੂੰ ਕਰੀ ਜਾਣ ਦਿਓ। ਬਾਜਵਾ ਸਾਹਿਬ ਬਹੁਤ ਆਲਾ, ਤੁਸੀਂ ਬਹੁਤ ਅੱਛੀ ਨਸੀਹਤ ਦਿੱਤੀ ਹੈ ਹੁਸੈਨੀ ਸਾਹਿਬ ਨੂੰ, ਤੇ ਹੁਸੈਨੀ ਸਾਹਿਬ ਇਨਸ਼ਾਅੱਲਾ ਤੁਹਾਡੀ ਨਸੀਹਤ ਜ਼ਰੂਰ ਅਮਲ ਕਰਨਗੇ, ਕਿਉਂਕਿ ਇਹ ਬੱਚੇ ਨੇ ਨਾ, ਨਾਬਾਲਿਗ ਨੇ, ਤਰਬੀਅਤ ਦੀ ਉਹਨਾਂ ਨੂੰ ਜ਼ਰੂਰਤ ਹੈ। ਤੁਸੀਂ ਆਂਦੇ ਰਿਹਾ ਕਰੋ, ਨਹੀਂ ਤਾਂ ਤਰਬੀਅਤ ਕਰੋ ਤਾਂ ਕਿ ਕਮ ਸੇ ਕਮ ਇੰਨੀ ਗੱਲ ਤੇ ਸਿੱਖ ਜਾਣ ਕਿ ਕਿਹਨੂੰ ਬਰਾੜ ਤੇ ਲੈਣਾ ਤੇ ਕਿਹਨੂੰ ਨਹੀਂ ਬਿਠਾਣਾ।
ਜਿੰਨੀ ਗੱਲ ਉਹਨੇ ਕੀਤੀ ਉਹ ਗੱਲ ਬੜੀ ਆਰਾਮ ਨਾਲ ਤੁਹਾਨੂੰ ਹਜ਼ਮ ਹੋਈ ਹੈ, ਲੇਕਿਨ ਤੁਹਾਡੇ ਕੋਲ ਇੰਨੀ ਨਹੀਂ ਹਿੰਮਤ ਹੋਈ ਹੈ ਉਹਦੀ ਤਰਬੀਅਤ ਕਰਦੇ ਕੋਈ ਬੇਵਕੂਫ ਆਦਮੀ ਲਾਂਤੀਆਂ ਉਹ ਬਗੈਰਤ ਆਦਮੀ। ਹੁਣ ਸ਼ਾਮ ਹੋ ਗਈ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਤੂੰ ਟਰੱਕ ਦੀ ਬੱਤੀ ਪਿੱਛੇ ਲਾਇਆ, ਕੀ ਬਕਵਾਸ ਮੂੰਹ ਚੋਂ ਗੰਦ ਬਕਦਾ ਜਾ ਰਿਹਾ। ਤੇਰੇ ਅੱਗੇ ਤੇਰੇ ਆਪਣੇ ਲੋਕਾਂ ਨੇ ਤੇਰੇ ਆਗੇ ਤਰਲਾ ਮਿੰਤਾ ਵੀ ਕਰ ਲਈ, ਤੈਨੂੰ ਲਾਨ ਤਾਨ ਵੀ ਕਰ ਦਿੱਤਾ, ਤੈਨੂੰ ਸ਼ਰਮ ਦਵਾਉਣ ਦੀ ਵੀ ਕੋਸ਼ਿਸ਼ ਕੀਤੀ, ਇਵਨ ਥ੍ਰੈਟ ਕਰਨ ਦੀ ਵੀ ਤੈਨੂੰ ਕੋਸ਼ਿਸ਼ ਕੀਤੀ, ਲੇਕਿਨ ਤੂੰ ਪਤਾ ਨਹੀਂ ਕਿਸੇ ਗੰਦੀ ਮਿੱਟੀ ਦਾ ਬਣਿਆ। ਲੇਕਿਨ ਜਿਹੜੀ ਤੇਰੀ ਧੌਣ ਦੇ ਵਿੱਚ ਸਰੀਆ ਨਾ, ਜਿਹੜਾ ਤੂੰ ਸਮਝਣਾ ਹੈ ਕਿ ਤੇਰੇ ਵਿੱਚੋਂ ਦੇਖ ਕੇ ਕਿਸੇ ਨੇ ਧੌਣ ਤੱਕ ਪਹੁੰਚਾ ਦਿੱਤਾ ਸਰੀਆ, ਇਹ ਤੇਰੀ ਭੁੱਲ ਏ। ਐਡਾ ਤੂੰ ਸ਼ਾਹੂਕਾਰ, ਇਹ ਤੇਰੀ ਖਾਮ ਖਿਆਲੀ ਏ। ਤੂੰ ਨਹਿਰ ਦਾ ਪਰਲਾ ਕਿਨਾਰਾ ਵੇਖਿਆ, ਉਰਲਾ ਨਹੀਂ ਦੇਖਿਆ। ਪਰਾਂ ਖਲੋ ਕੇ ਵੇਖਣਾ ਪਿਆ ਮੰਜ਼ਰ ਹੈ ਇਹ। ਐਡਾ ਤੂੰ ਤੁਰਮ ਖਾਂ ਕਿ ਮੈਂ ਕਪਤਾਨ ਆ ਤੇ ਮੈਂ ਕਪਤਾਨ ਆ, ਤੇਰੇ ਵਿੱਚ ਦੇ ਦਿਆਂਗਾ ਮੈਂ ਕਪਤਾਨੀ ਤੇਰੀ। ਵੱਡਾ ਤੂੰ ਸ਼ਾਹੂਕਾਰ, ਕਪਤਾਨੀ ਲਈ ਫਿਰਨਾ ਹੈ। ਤੇਰੇ ਵਰਗੇ ਕਪਤਾਨ ਉੱਥੇ ਚੌਕੀਦਾਰੀ ਕਰਦੇ ਪਏ ਨੇ, ਜਾ ਵੇਖ ਲੈ ਜਾ ਕੇ ਉੱਥੇ। ਬੇਗੈਰਤ ਆਦਮੀ, ਵੱਡਾ ਕਪਤਾਨ ਆ ਗਿਆ। ਓਏ ਓਏ ਪਿਓ ਤੇਰੇ ਦਾ ਮੂੰਹ ਕਾਲਾ ਕਰਕੇ ਉੱਥੇ ਉਹਨਾਂ ਨੇ ਬਲਤਕਾਰੀ ਦੇ ਵਿੱਚ ਉੱਥੇ ਖਿਲਾਰ ਦਿੱਤਾ। ਦੁਕਾਨਾਂ ਤੇਰੇ ਕੋਲ ਛੁਡਾ ਨਹੀਂ ਹੋਈਆਂ। ਵੱਡਾ ਤੂੰ ਆਇਆ ਕਿ ਜੀ ਮੈਂ ਇਹ ਤੇ ਮੈਂ ਉਹ ਆ। ਪੈਂਟ ਤੇਰੀ ਗਿੱਲੀ ਹੋ ਜਾਵੇ, ਤੂੰ ਲਾਹੌਰ 에ਅਰਪੋਰਟ ਦੇ ਉੱਤੇ ਉਤਰੇ। ਓਏ ਓਏ ਯੂਸਫ ਭਾਈ ਉਹਦੀ ਵਜ੍ਹਾ ਹੈ ਨਾ, ਯੂਸਫ ਭਾਈ ਉਹਦੀ ਵਜ੍ਹਾ ਹੈ। ਲਈ ਕਵਾਨ ਨੇ ਕਿਹਾ ਸੀ ਤੂੰ ਖੁਸਰਾ ਹੈ, ਖੁਸਰਾ। ਇਹ ਖੁਸਰਾ ਹੈ, ਇਹ ਬਦਲਾ ਸਾਡੇ ਕੋਲੋਂ ਲੈਣਾ ਚਾਹੁੰਦਾ ਹੈ। ਉਹ ਮਰਜ਼ਈਆਂ ਕੋਲੋਂ ਨਹੀਂ ਬਦਲਾ ਲੈ ਸਕਦਾ, ਉਹਨਾਂ ਕੋਲੋਂ ਦੁਕਾਨਾਂ ਵਾਪਸ ਨਹੀਂ ਲੈ ਸਕਦਾ। ਸਿੱਧੂ ਸਿਆਲਕੋਟੀ ਨੇ ਇਹਦੇ ਬਾਰੇ ਸਿੱਧੂ ਸਿਆਲਕੋਟੀ ਨੇ ਕਿਹਾ ਜੀ ਤੇਰੇ ਵਾਲਿदैन ਦੀ ਤਰਬੀਅਤ ਤੇ ਬਿਲਕੁਲ ਤੇਰੇ ਵਾਲਿदैन ਦੇ ਕਰਤੂਤ, ਆਪਣੇ ਵਾਲਿदैन ਦੇ ਕਰਤੂਤਾਂ ਦਾ ਪਤਾ ਹੀ। ਉਹ ਮਰਜ਼ਈਆਂ ਦਾ ਮੂੰਹ ਕਾਲਾ ਕਰਦਾ ਹੁੰਦਾ ਸੀ, ਕਾਲਕ ਮਲਦਾ ਹੁੰਦਾ ਸੀ ਤੇਰਾ ਬਾਪ। ਇਹਦੀ ਵਜ੍ਹਾ ਤੋਂ ਮੰਦੀ ਕਹਿੰਦੇ ਇਹਦੇ ਪਿਓ ਦੇ ਨਾਲ ਬਲਾਤਕਾਰ ਕੀਤਾ ਸੀ, ਜ਼ਿਆਦਤੀ ਕੀਤੀ ਸੀ, ਉਹ ਬੰਦੇ ਫੜੇ ਗਏ ਸੀ, ਉਹਨਾਂ ਦਾ ਮੂੰਹ ਕਾਲਾ ਹੋਇਆ ਸੀ। ਆਓ ਜੀ ਕੋਈ ਕਿਸੇ ਦਾ ਮੂੰਹ ਕਾਲਾ ਕਰ ਦਿੰਦਾ। ਅੱਛਾ, ਇਹਦੇ ਪਿਓ ਦੇ ਨਾਲ ਜ਼ਿਆਦਤੀ ਕੀਤੀ ਸੀ ਉਹਨਾਂ ਨੇ ਤਿੰਨਾਂ ਚੋਹਾਂ ਨੇ, ਤੇ ਫਿਰ ਇਹਦੇ ਨਾਲ ਬਲਾਤਕਾਰ ਹੋਇਆ। ਬੜੀ ਗੱਲ ਹੈ ਆ, ਬੜਾ ਬੇਇੱਜ਼ਤ ਕਰ ਰਹੇ ਨੇ ਤੇ ਬੜਾ ਗੁਰੂ ਬੰਦੇ ਨੇ ਆ ਤੇ। जी बड़ा अच्छा मुनासिब अंदाज गुफ्तगू हो गई है दो पार्टियों की तरफों। हाँ जी, अस्सलाम वालेकुम। वालेकुम सलाम हुसैन जी बिस्मिल्लाह, ये बात है। यानी किनू कह रहे हो? तीन चार बैठे ने सन सारियां ने कह दिया, कदे कदे को वेला कदे को वेला माड़ा ही है, कदे को वेला चंगा भी ते आ सकदा है ना। आज माड़ा ही है। मतलब मैनू ਜਿਹੜੀਆਂ ਝਿੜਕਾਂ ਪੈਂਦੀਆਂ ਰਹੀਆਂ ਨੇ ਤੇ ਤੁਸੀਂ ਮਸਰੂਫ ਵੀ ਰਹੇ ਹੋ ਵਿੱਚ, ਤੇ ਮੈਨੂੰ ਨਹੀਂ ਸਮਝ ਆਈ ਕਿ ਮੇਰਾ ਕੀ ਕਸੂਰ ਹੈ ਵਿੱਚ। मैं वापस आई हूं, मैनू होर गालां कढाओ जी। ठीक है जी। मैं कप्तान हां, मैं विच वड़ जांगा ते बाहर निकल। हाय मां सदके जावे, ਇਹਨਾਂ ਬੱਚਿਆਂ ਦੀਆਂ ਵੜਕਾਂ ਨੂੰ ਸੁਣ ਸੁਣ ਕੇ ਮੈਨੂੰ ਐਡੀ ਖੁਸ਼ੀ ਹੁੰਦੀ ਹੈ। ਮੇਰੇ ਸਾਹਮਣੇ ਹੋ ਤੇ ਮੈਂ ਇਹਨਾਂ ਦੀਆਂ ਚੁੰਮੀਆਂ ਲੈ ਲੈ ਕੇ ਇਹਨਾਂ ਦਾ ਮੂੰਹ ਗੰਦੇ ਕਰਦੇ ਹਾਂ। कितने बहादुर शेर दिल बच्चे ने। मैं कहता हूँ क्या ही बात, माशाअल्लाह माशाअल्लाह। सानी साहब इन्हों फिर चको प्लीज, मैच जारी रहना चाहिए। ਉਹ ਤੁਸੀਂ ਥੋੜਾ ਜਿਹਾ ਮਸਾਲਾ ਭਰੋ ਤੇ ਫਿਰ ਉਹ ਆਮਣਾ ਐਵੇਂ ਤੁਸੀਂ ਮਸਾਲਾ ਭਰੋ ਨਾ ਤੇ ਉਹਨਾਂ ਨੂੰ ਕਹੋ ਬਚਾ ਲਵੋ ਤੇ ਕੁਝ ਵੀ नहीं सानी साहब ना नहीं, अपनी तरफ से बड़ा काम करके गए हैं। वो बढ़ा के
ਐਸੇ ਪਤਾ ਨਹੀਂ ਕੋਈ ਬੜਾ ਹੀ ਵੱਡਾ ਕੰਮ ਕਰ ਬਾਜਵਾ ਰਹੇ ਸਾਹਿਬ ਨਾ ਬਾਜਵਾ ਉਹ ਨਾ ਉਹਨਾਂ ਨੂੰ ਡਿਸਕਸ ਕਰੋ ਪਲੀਜ਼, ਨਾ ਉਹਨਾਂ ਨੂੰ ਡਿਸਕਸ ਹੁਸੈਨ ਸਾਹਿਬ ਬਾਜਵਾ ਸਾਹਿਬ ਕਹ ਰਹੇ ਨਾ ਚੱਕਿਓ ਬਾਜਵਾ ਸਾਹਿਬ ਦੀ ਤਾਂ ਮੰਨ ਹੀ ਲੈਣੀ ਹੁਸੈਨੀ ਸਾਹਿਬ ਬੜੀ ਯਾਰ ਇੱਜ਼ਤ ਤੇ ਉਹਨਾਂ ਨੂੰ ਵੀ ਨਾ ਚੁੱਕੋ ਤੇ ਆਪਣੇ ਤੁਹਾਡੀ ਬੰਦਿਆਂ ਤਾਂ ਬਾਜਵਾ ਹੁਸੈਨ ਸਾਹਿਬ ਮੰਨ ਹੀ ਲੈਣਗੇ, ਤੁਹਾਡੀ ਕੁਰਬਤ ਬੜੀ ਹੈ ਹੁਸੈਨ ਸਾਹਿਬ। ਨਹੀਂ ਉਹਨਾਂ ਦੀ ਗੱਲ ਨਾ ਕਰੋ ਯਾਰ, ਨਾ ਕਰੋ ਉਹਨਾਂ ਦੀ ਗੱਲ ਨਾ ਕਰੋ। ਬਾਜਵਾ ਸਾਹਿਬ ਉਹਨਾਂ ਨੂੰ ਜੀ ਹੁਸੈਨੀ ਸਾਹਿਬ ਜਾਂਦੇ ਮੰਨਦੇ ਨਹੀਂ। ਨਾ ਤੇ ਤੁਸੀਂ ਰੋਜ਼ ਆਇਆ ਕਰੋ, ਤੁਹਾਡੀ ਮਿਹਰਬਾਨੀ, ਬਾਜਵਾ ਤੁਹਾਡੀ ਨਹੀਂ, ਮੰਨਦੇ ਨਹੀਂ। ਬੜਾ ਫਾਇਦਾ ਜੇ। ਬਾਜਵਾ ਸਾਹਿਬ ਨਹੀਂ। ਉਹਨਾਂ ਨੂੰ ਉਹ ਡਿਕਟੇਸ਼ਨ ਹੁਸੈਨੀ ਸਾਡੀ ਸਾਹਿਬ ਤੇ ਨਹੀਂ ਕਿਸੇ ਮੰਨਦੇ। ਦੀ ਨਹੀਂ ਮੰਨਦੇ, ਹੁਸੈਨੀ ਸਾਹਿਬ ਡਿਕਟੇਸ਼ਨ ਕਿਸੇ ਦੀ ਨਹੀਂ ਮੰਨਦੇ। ਮੈਂ ਕਿਹਾ ਤੁਸੀਂ ਇਸ ਨੂੰ ਚਾਹੋ ਉਸ ਨੂੰ ਲਾਓ, ਇਹ ਹੁਸੈਨੀ ਸਾਹਿਬ ਕੋਈ ਬੰਦਾ ਵੀ ਆ ਜਾਵੇ ਤੇ ਡਿਕਟੇਸ਼ਨ ਨਹੀਂ ਮੰਨਦੇ ਜੀ ਕਿਸੇ ये डिक्टेशन नहीं होती, मैं कह रहा हूं। डिक्टेशन नहीं होती है। पर्सनली ना यूसुफी एक अच्छा आदमी है, नेक फितरत है, वो गलत लोगों में फंसा हुआ है, इसलिए मैं उसकी बात का बुरा नहीं मनाता। नहीं छो ਉਹਨਾਂ ਦੋਨੋਂ ਬੰਦੇ ਜਿਹੜੇ ਆਏ ਨੇ ਤੁਸੀਂ ਉਹਨਾਂ ਦਾ ਨਾਂ ਹੀ ਨਾ नहीं है वो दुल्ला वो बाजी रोजी का जरा भरा है ना, वो ठीक बंदा नहीं। यूसुफ भी ठीक आदमी है, वो वैसे ही वो उदा हाल है कि रजिया गुंडों में फंस गई, वो वैसे फितरतन अच्छा आदमी है। ਨਹੀਂ ਵੈਸੇ ਇੱਕ ਗੱਲ ਤੋਂ ਉਹਦਾ ਐਪਰੀਸ਼ੀਏਟ ਕਰਨਾ ਕੋ ਸਿਰਫ ਤੁਹਾਨੂੰ ਡਾਇਰੈਕਟ ਹੋਇਆ, ਬਾਕੀ ਉਹਨੇ ਕੋਈ ਗਲਤ ਗੱਲ ਨਹੀਂ ਕੀਤੀ ਨਾ। मैंने कहा वो अच्छा आदमी है। ਹਾਂਜੀ ये बिलाल बकरी कसर पूरी करन आया है, रेड बुल पी के आया जी, अबे क्यों ਰਹਿਣ ਦੋ ਛੱਡੋ ਇਹਨਾਂ ਨੂੰ ਰਹਿਣ ਦੋ। ਉਹ ਥੱਲੇ ਚੰਦਾ ਵੀ ਆ ਗਈ, ਉਹ ਵੱਡੇ ਨੱਕ ਵਾਲਾ। ਨਹੀਂ ਸਾਨੀ ਸਾਹਿਬ ਆਓ, ਤੁਸੀਂ ਆਓ ਯਾਰ, ਸਾਨੀ ਸਾਹਿਬ ਆਓ, ਕਿੱਥੇ ਚਲੇ ਗਏ? ਆ ਗਏ ਜੀ, ਆ ਗਏ। ਸਾਨੀ ਸਾਹਿਬ ਆਓ। ਜੀ ਮੈਂ ਆਸਰਾ ਜੀ ਬੰਦੇ ਦਾ ਪੁੱਤਰ ਬਣ ਜਾਓ ਬੁੱਢਿਆ, ਬੰਦੇ ਦਾ ਪੁੱਤਰ ਬਣ ਜਾ। ਸਾਨੀ ਸਾਹਿਬ ਜੀ ਜਵਾਨਾ। ਉਹ ਸਾਨੀ ਸਾਹਿਬ ਜੀ ਉਹ ਸਾਨੀ ਸਾਹਿਬ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਉਹਦਾ ਤੁਸੀਂ ਦੱਸਿਆ ਨਹੀਂ ਮੈਨੂੰ। ਜੀ ਦੱਸੋ ਕੀ ਕਹਿੰਦੇ ਹੋ? ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਤਫਸੀਰੇ ਕਬੀਰ ਪੜ੍ਹੀ ਹੈ ਨਾ? ਜੀ ਪੜ੍ਹੀ ਹੈ ਜੀ। ਮਾਸ਼ਾਅੱਲਾ ਤੇ ਦਸ ਸਾਨੂੰ ਜਿਲਦਾਂ ਹਾਂਜੀ 10 ਜਿਲਦਾਂ ਨੇ ਸਾਰੀਆਂ ਪੜ੍ਹੀਆਂ ਨੇ, ਤੇ 8 ਜਿਲਦਾਂ ਜਿਹੜੀਆਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਚੋਂ ਕੱਢ ਕੇ ਬਣਾਈਆਂ ਨੇ ਉਹ ਵੀ ਸਾਰੀਆਂ ਪੜ੍ਹੀਆਂ। ਮਾਸ਼ਾਅੱਲਾ ਮੈਂ ਕਹਿੰਦਾ ਕਿ ਸਾਨੀ ਸਾਹਿਬ ਟਿਕਟਾਕ ਦੇ ਉੱਤੇ ਨਾ ਬਾਜਵਾ ਸਾਹਿਬ ਇਹ ਸਾਰਾ ਕੁਝ ਪੜਨ ਤੋਂ ਬਾਅਦ ਇੱਥੇ ਸੈਣੀ ਸਾਹਿਬ ਖਿਲਾਫ ਹੋਏ ਨੇ ਸਾਡੇ। ਉਹ ਨਹੀਂ ਖਿਲਾਫ ਨਹੀਂ ਹੋਣ ਵੀ ਸਾਨੀ ਸਾਹਿਬ ਹੋਣ ਵੀ ਨਾ 1200 ਕਿਲੋਮੀਟਰ ਦਾ ਸਫ਼ਰ ਕਰਕੇ ਆਉਂਦੇ ਨੇ, ਖਿਲਾਫ ਨਹੀਂ ਹੈ। ਜਿਹੜਾ ਇੱਕ ਵਾਰੀ ਮੇਰਾ ਸੈਣੀ ਸਾਹਿਬ ਮੇਰਾ ਕਿਸੇ ਨਾਲ ਮੁਨਾਜ਼ਰਾ ਕਰਾਓ, ਇਹ ਜਿਹੜਾ ਬਾਜਵਾ ਸਾਹਿਬ ਇਹਨਾਂ ਨਾਲ ਕਰਵਾ ਦਿਓ। ਜੀ ਉਹ ਨਹੀਂ ਸ਼ਾਇਦ ਤੁਸੀਂ ਬੜੀਆਂ ਗਾਲਾਂ ਕੱਢਦੇ ਹੋ, ਪਲੀਜ਼ ਮੈਂ ਹੀ ਤੁਹਾਡੇ ਨਾਲ ਗੱਲ ਕਰਾਂ। ਉਹ ਗਾਲਾਂ ਨਾਲ ਤੁਹਾਡਾ ਕੀ ਮਸਲਾ ਹੈ? ਨਹੀਂ ਗਾਲਾਂ ਦੇ ਮੈਂ ਤੁਹਾਨੂੰ ਸੁਣਿਆ ਹੋਇਆ, ਇਸ ਵਾਸਤੇ मैं माजरत चाहता है। बाजवा साहब ये सारों से माजरत रखिएगा, इवन ये जो बिलाल है, ये जितने सारे जो है ना, इनसे प्रिवेंट ही कीजिएगा बात का। नहीं मैं बिलाल साहब को भी जानता हूँ, वो ज्यादा देर खामोश ही रहते हैं, अच्छे आदमी हैं, लेकिन बाज दफा वो कुछ कर जाते हैं। छोड़े इनको, हम आपस में बात कर रहे हैं, छोड़े इनको। नहीं मेरे नाल मुनाजरा करो, मैंने ये बेहतर है, मुनाजरा है। जितना इन लोगों को इग्नोर करेंगे ना उतना ही सही है। नहीं हमें जरूरत ही नहीं है, हमने इन सबको देखा हुआ है, कोई जरूरत नहीं है। ओ यार सवाल का जवाब तो दे दियो ना यार। सवाल का जवाब दे दियो। शहनशाह मैंने जाना है, तो जाने से पहले मैं अहमद नजीर को गाली निकाल और ना मैं मिर्जा साहब को निकाल दूंगा, मैं मिर्जा साहब को निकाल दूंगा। अगर आप चाहते हैं कि मिर्जा साहब को गाली पड़े तो दे गाली, तो मैं फिर और ऊपर जाऊंगा। दो गाली दो ना, दो गाली। नहीं मुझे शर्म आती है, मुझे शर्म आती है पिया। यार अपना शहनशाह को गाने सुना, तेरी आवाज चंगी है, तेरा वड्डा नक के, तू साह उच्ची उच्ची लाना, उस वजह के तेरी आवाज बड़ी अच्छी निकल गया। गाना सुना देने
ਮੁਹੰਮਦ ਹੁਸੈਨ ਡਿਪਟੀ ਕਮਿਸ਼ਨਰ ਬੜੇ ਸੀ ਤੇ ਜਮਾਲ ਉਹਦੇ ਘੋੜੇ ਕੀ ਪੱਠੇ ਪਾਸੀ ਪੱਠੇ ਪਾਸੇ ਘੋੜੇ ਨੂੰ ਪੱਠੇ ਪਾਸੇ ਮੇਰਾ ਜੀਵੇ ਢੋਲਾ ਉਹ ਮੇਰਾ ਜੀਵੇ ਢੋਲਾ ਮੁਹੰਮਦ ਹੁਸੈਨ ਡਿਪਟੀ ਬਣ ਸੀ ਤੇ ਜਲਾਲ ਉਹਦੇ ਘੋੜੇ ਨੂੰ ਪੱਠੇ ਪਾਸੀ ਮੇਰਾ ਜੀਵੇ ਢੋਲਾ ਉਹ ਮੇਰਾ ਜੀਵੇ ਢੋਲਾ ਉਹ ਘੋੜਾ ਵੱਡਾ ਹੋ ਕੇ ਜ਼ੁਲਝਣਾ ਬਣ ਸੀ ਮੇਰਾ ਜੀਵੇ ਢੋਲਾ ਤੇ ਮੇਰਾ ਜੀਵੇ ਢੋਲਾ ਆਹਾ ਉਹ ਮੇਰਾ ਜੀਵੇ ਢੋਲਾ ਮੇਰਾ ਜੀਵੇ ਢੋਲਾ ਆਹਾ एक मिनट जरा जुमेल साहब एक मिनट जरा तुम से क्या कर रहे हो तुम हैं खाना खाने का शिकार हूँ ये आ क्या कर रहे थे यार वो गाना गा रहा बिलाल बकरी यार एक खुश मिनट होते हैं। जुमेल एक मिनट नहीं यार बिलाल बकरी मेरा भरा है तुम सीखकर ऐसी मिर्जाई है दोनों ही अगर यार, तुमने उसे मिर्जाई कुछ थे कहा तो हमें मैं तेरे तो- काबर पे जाऊंगा उसे कुछ ना चाहिए मेरा काबर क्या कर रहे हो है सीखा एक मिनट ओए नहीं यार तू सीखे मेरा काबर है उन्हें कुछ ना कहिए ਬੰਬਾਸਟਿਕ ਮੇਰਾ ਰਿਸ਼ਤਾ ਤੇ ਸਹੀ ਦੱਸਿਆ ਕਰ ਮੇਰਾ ਰਿਸ਼ਤਾ ਕਿਉਂ ਗਲਤ ਦੱਸਣਾ ਦੱਸਿਆ ਕਰ ਸਬੋਈ ਡਾਂਸਰ ਦਾ ਆਸ਼ਿਕ ਹੈ ਸਬੋਈ ਬੇਗਮ ਜਿਹੜੀ ਮਿਰਜ਼ਾ ਮਸਰੂਰ ਦੀ ਬੀਵੀ ਹੈ ਉਹਦਾ ਮੈਂ ਆਸ਼ਿਕ ਹਾਂ ਰਿਸ਼ਤਾ ਮੇਰਾ ਸਹੀ ਦੱਸਿਆ ਕਰ ਤੇ अम्मा आयशा ਦਾ ਪੁੱਤਰ ਸਬੋਈ ਡਾਂਸਰ ਜਿਹਨੇ ਡਾਂਸ ਕਰ ਕਰਕੇ ਨਾ ਆਪਣਾ ਪੀਪਾ ਲੀਕ ਕਰ ਲਿਆ ਉੱਥੇ ਜਲਸਾ ਸਾਲਾਨਾ ਯੂਕੇ ਦੇ ਵਿੱਚ अम्मा आयशा ਦਾ ਮਿਰਜ਼ਾ ਪੁੱਤਰ ਮਸਰੂਰ ਕਹਿੰਦਾ ਉਹਦਾ ਤੇਲ ਚੋਰਿਆ ਤੇਲ ਚੋਰਿਆ ਸਬੋਈ ਬੇਗਮ ਦਾ अम्मा आयशा ਦਾ ਪੁੱਤਰ मैं नुसरत जहां रंडी तेरी ਉਹਦੇ ਉੱਤੇ ਮੈਂ ਚੜ ਜਾਣਾ यार एक मिनट वाटर सीकर ਨੂੰ ਸੁਣ ਕੀ ਕਰ ਹੈ ਕੋਈ ਚੱਕਰਾਂ ਦੀ ਗੱਲ मेरा जीवे ढोला ते मेरा जीवे ढोला नुसरत जहां रंडी ਤੇ ਮਿਊਜ਼ਿਕ और तुसी के साहब की हाल चाल से जी अस्सलाम वालेकुम जी ठीक ठाक ਯਾਰ ਸੈਣੀ ਸਾਹਿਬ ਤੁਸੀਂ ਅਬਦੁੱਲੇ ਨੂੰ ਢਾ ਦਿੰਦੇ ਹੋ ਉਹਨੂੰ ਆਪਣਾ ਇਸਲਾਮੀ ਐਡੀ ਦੀ ਸੋਹਣੀ ਇਸਲਾਮੀ ਗੱਲਾਂ ਕਰਦਾ ਰੋਜ਼ੀ ਕੇ ਭਾਈ ਕੋ ਉਠਾਓ मास्टर साहब गल सही है कि मुसलमान ते गाली नहीं कढ़दा ਹਾਂ ਨਹੀਂ ਬਿਲਕੁਲ ਇਹ ਗੱਲ ਤੇ ਕਿਆ ਕਸ਼ਮੀਰੀ ਸਾਹਿਬ ਨੂੰ ਦੱਸਿਆ ਸੀ ਇਹ ਵੀ ਗੱਲ ਸਹੀ ਹੈ ਕਿ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਮੁਸਲਮਾਨ ਨਹੀਂ ਜੇ ਨਹੀਂ ਬਿਲਕੁਲ ਅਸੀਂ ਪੱਕੇ ਕਾਫਰ ਜ਼ਿੰਦੀਕ ਤੇ ਜਿਹੜਾ ਗਾਲੀ ਕੱਢੇ ਉਹ ਫਿਰ ਮੁਸਲਮਾਨ ਨਹੀਂ ਹੈ ਤੇ ਮੁਸਲਮਾਨ ਤੇ ਗਾਲੀ ਕੱਢਦਾ ਨਹੀਂ ਨਹੀਂ ਮੁਸਲਮਾਨ ਗਾਲ ਨਹੀਂ ਕੱਢ ਸਕਦਾ ਤਾਂ ਸਲਿਪ ਆਫ ਟੰਗ ਹੁੰਦੀ ਹੈ ਅੱਛਾ ਠੀਕ ਹੋ ਬਈ ਅਲਾਮਾ ਖੁਸਰਾ ਨਜ਼ੀਰ ਦੀ ਹੈ ਆਪਣਾ ਉਹਨਾਂ ਦੀ ਫਤਵਾ ਯਾਰ ਉਹ ਐਡੇ ਵੱਡੇ ਨੱਕ ਵਾਲਾ ਆਇਆ ਸੀ ਉਹ ਨਾ ਮਾਸਟਰ ਦਾ ਛੇੜਿਆ ਕਰੋ ਉਹ ਅੱਗੇ ਛਿੜੇ ਹੁੰਦੇ ਨੇ एक बात मुझे बिलाल से पूछनी चाहिए बिलाल मुझे एक बात बता ओ यार एक मिनट वो बेचारे ऑलरेडी छेड़े बैठे हुए आ गए जो बात इसने की है ना गल कर दे बिलाल नु गाली कर दे वन सेकंड रुक जा तो सिक्का साल है अब जो बात इसने की है अमन नजीर के बारे में जिसका नाम बिगाड़ा है ट्रूथ सीकर इसके ऊपर हंस रहा है कल ये कह रहा था कि टॉन्ट नहीं करना चाहिए ਹੁਣ ਜ਼ਰਾ ਜਮੀਲ ਸਾਹਿਬ ਤੁਸੀਂ ਬਾਅਦ ਚ ਗਾਲਾਂ ਕੱਢ ਰਹੇ ਹੋ ਤੁਸੀਂ ਸਾਹਿਬ ਗੱਲ ਠੀਕ ਕੀਤੀ ਹੈ ਨਾ ਜੋ ਜਮੀਲ ਨੇ ਆਖਿਆ ਹੈ ਦੇਖੋ ਬਿਲਾਲ ਹਨੀਫ ਸਾਹਿਬ ਤੁਸੀਂ ਕਰ ਇੱਕ ਮਿੰਟ रुक जाओ बिलाल हनीफ साहब बात सुने मैं आपकी ब्रॉड पे आया आपने और यूसुफी ने बड़े अच्छे तरीके से कन्वर्सेशन करवाई ठीक है जो यूसुफी था उसने एक रूल रेगुलेशन ले डाउन की है उसने कहा कोई ताना तशनगी गाली नहीं निकालनी प्रवोक नहीं करना ठीक है जी
मैंने कहा बिल्कुल ठीक कर रहे हो और आपने उसकी इम्प्लीमेंटेशन की, थैंक यू वेरी मच, आई अप्रिशिएट दैट फ्रॉम माई हार्ट। लेकिन उसके बावजूद जैसे ही आमन नजीर साहब तशरीफ लाए, हाँ और आपने देखा होगा कि उन्होंने 2-3 दफा अटैक किया, और मैंने यूसुफी को और आपको कहा कि देख लो ये क्या कह रहा है, ठीक और आपने मना किया उसको। लेकिन आप बता दें कि उस 2 घंटे की कन्वर्सेशन के दौरान मैंने कोई किसी किस्म की हरकत की हो, क्योंकि मुझे अपनी बाउंड्रीज का पता है। लेकिन आमन नजीर साहब अपनी बाउंड्रीज का उनको नहीं पता, उनको आदत पड़ी हुई है, वो रह ही नहीं सकते, इसीलिए उन्होंने 2-3 दफा लूज बॉल किए हैं, लेकिन आपने मना किया है। अगर उनको आदत है। होती, अगर उनको आदत होती तो आपके मुताबिक, हालांकि उन्होंने डायरेक्ट किसी का मिर्जा साहब के बारे में गाली या कोई, चलो वाला उन्होंने एक हवाला तक बात की कि आपके तो रंग ही निराले हैं, आपके तो रंग, ये बात की, इसमें कोई गाली कोई नहीं, बात नहीं, नहीं, चलो टोंट कह सकते हैं जी, टोंट। हाँ, बंदा प्रवोक हो जाता है ना, फिर आगे से आगे निकलता जाता है। मैं कहता हूँ ठीक है, हाँ। लेकिन उसके बाद उन्होंने ये बात भी नहीं की, ठीक है। हाँ, नहीं आप की, इसीलिए कन्वर्सेशन 2 घंटे तक ठीक चली है ना भाई, ठीक है। आज से अब मैं नीचे, मेरा ख्याल है कि तकरीबन 2 घंटे से तो मैं सुन रहा हूँ, 2 घंटे से मैं यही बात सुन रहा हूँ। पहली दफा आप ऊपर आए हो, आप लोगों ने की इब्तिदा शुरू हुई, वो ऊपर आए, उन्होंने वार्निंग दी, नहीं नहीं फिर नहीं, आप नहीं, ऊपर आए, आपने फिर वही दिया। देखे बिलाल अनीस साहब सुन ले, नहीं, मैं आपकी बात सुन रहा हूँ, मैं मेरी आखिरी बात तो सुन ले ना, आखिरी तो सुन ले। अगर आज की रिकॉर्डिंग में अगर अलामा आमन नजीर साहब की पहल साबित हो जाए तो ये सारा जो कुछ भी अब तक होगा, सारे का सारा मम्मा पड़ता है उनके ऊपर। लेकिन अगर आपकी पहल साबित हो गई, आपकी पहली प्रोवोकेशन होगी, गाली होगी, जो, तो फिर बिलाल हनीफ साहब, आपकी जो पहल की डेफिनेशन है वो और है, आपके अलामा साहब की और है, और मेरी और है। जो बंदा आता है और वो आते साथ एक लेटर लेके आता है और कहता है इसको पढ़ो अंग्रेजी में, और वो ये साबित करना चाहता है, कहता है कि देख लो जी, ये इलामा इकबाल साहब ने मिर्जा साहब के मुतल्लक किया है कि वो गुस्ताखे रसूल थे, अहमद नजीर नहीं पिया कहता जी, तो ये प्रोवोकेशन है। वो बंदा प्रोवोकेशन है, बिल्कुल प्रोवोकेशन है ना, 100%। तो ये तो यार मेरी बात सुने जमील साहब, अब अगर आप कहीं लिटरेचर नहीं पढ़ना, अल्लामा इकबाल का खत पढ़ा गया ना यार, अब्दुल हकीम पटियालवी ने को 1600 गाली दी है मिर्जा साहब को, मिर्जा साहब ने उसका पूरा इश्तिहार छापा हुआ है। आप फिर लंबी बहस में जा रहे हैं। अब्दुल हकीम पटियालवी ने लिखी फुरकान, कब से गुस्ताखी हो गया सर? सुने ना लिटरेचर तो फिर हम भी पढ़ते हैं, फुरकान भी अपनी ब्रॉड पे पढ़ता है, उसको क्यों शातिब पे डिक्लेयर करते हैं? आप मेरी बात सुने, अल्लामा इकबाल का जो खत था उसमें उसने यही कहना कि मैं समझ गया हूँ, नहीं ये बात नहीं, यार मेरी भी बात सुन लिया करो बिलाल भाई, आपको गुस्सा आया है? बिलाल साहब मेरी बात सुन लिया करें, हम भी बेवकूफ नहीं है। ये सारे जो इस तरह की लॉजिक और आर्गुमेंट देना होता है ना, जिसकी ऊंची आवाज, जो ज्यादा चरब जुबान है, ये पूछ रहा हूँ आपको किस बात पे गुस्सा है? नहीं गाल सुनो ना, मेरी गाल सुनो, मैं आपको बताता हूँ, मेरी भी बात सुने जी। चरब जुबान है, आर्गुमेंट्स बहुत अच्छे हैं, अल्फाज का चुनाव बेहतरीन करता है, कोहेरेंट बोलता है, उसकी बोलने में तसलसल है, उसके बेस पे कोई जीत जाए तो इसका ये मतलब नहीं है कि वो ठीक कह रहा जो कह रहा है। यार ये गलती हो रही, बात इतनी सी बात है, बात पे गुस्सा आया, बात इतनी सी है। मैं आपको ना एक फ्रेमवर्क दे देता हूँ। मैं फ्रेमवर्क बाद में पूछूंगा। मैं ये कह रहा हूँ कि जो आपने आज जो कुछ हुआ है, इसकी जिम्मेदारी या तो जमील के ऊपर है या अमन नजीर के ऊपर है। अमन नजीर पे हाँ, अमन नजीर के ऊपर है या आपके ऊपर है? अमन नजीर पे है। हाँ, उसने खत पढ़ा, आपको इसलिए गुस्सा आया? 2 चीजें हैं। अच्छा, क्या किया? नंबर 1, हुसैनी साहब ने कहा जी कि ਜਦੋਂ ਵੀ ਤੁਸੀਂ ਆਂਦੇ ਹੋ ਮੈਂ ਤੁਹਾਡੇ वास्ते जवाब देंदा रहंदा, लोग मैनू है कहते ने, ओ बस हुसैनी साहब तुसी ये वो, इनके जो आपस के डायलॉग होते हैं यार उसको तो छोड़ दे, वो तो यार फिर जब मैनू गाली नहीं तो यार, ये हुसैनी साहब का, अल्लामा साहब का मसला, आप बात पे है ना, मेन पे आप उधर। उसके बाद उन्होंने कहा जी ये लेटर पढ़ो, और उस लेटर में 2 नुक्ते उठाए गए। नंबर 1, इलामा इकबाल खिलाफ हुआ जमात अहमदिया के, क्योंकि तकफीर की गई यूनिवर्सल वर्ल्ड लेवल पर,
इसकी वजह से वो पीछे हटे। और दूसरा कि हजरत मसीह मौद ने नाउजुबिल्ला नबी पाक सल्लल्लाहु अलैहि वसल्लम की गुस्ताखी की, और वो एस्टेब्लिश क्या करना चाहता था कि अल्लामा इकबाल भी उनको गुस्ताख मानता था, नाउजुबिल्ला मिन जालिक। बात ये है बिलाल साहब, इसमें क्या गलत बात कर दी उन्होंने, वो यार समझाए जो ना फिर मुझे। हम भी करते हैं उसमें क्या, हमारे पास भी अपनी लॉजिक है। जमील साहब मेरी बात सुने। अब मिर्जा साहब ने भी ये बात की है मुसलमानों के बारे में। यार बात सुन मैं बात करें आप, नहीं बात सुन मेरे भाई, बात सुन। मैं इतनी लंबी बहस नहीं करना चाहता इस बात मैं पर। शॉर्ट बात पूछ रहा हूँ ना आपसे। नहीं मुझसे शॉर्ट बात ना पूछना, मैं तुमसे कुछ पूछ रहा हूँ। मैं एक तुमसे को ना ग्राउंड रूल एस्टेब्लिश कर रहा हूँ, तुम्हें बता रहा हूँ। आमर नजीर के अलामा इकबाल का खत पढ़ने पे आप प्रवोक यार बताना चाह रहे हैं। और यार छोड़ दे उस बात को। मैं तुम्हें एक और चाहे सुन्नत जमात या शीए या दूसरे मुसलमानों के जो फिरके हैं, दोनों तरफ से टिकटॉक के ऊपर आप दीनी गुफ्तगू ना करें और रेफरेंस ना दें एक दूसरे के। शाबाश, बस ये है आपका असूल। अच्छा मैं बता देता हूं आपको, यस्टरडे जब आपकी और मेरी गुफ्तगू हो चुकी बड़ी अच्छी, जमील साहब यार गल नहीं सुननी, गल नहीं सुनने, आप किस बात पे प्रवोक हुए वो बताए ना। मैंने बता दिया, अभी मैं 10,000 दफा नहीं बता सकता। अभी खत पढ़ने में प्रवोक हुए आप? हाँ जी हुआ हूँ। यस, तो जो मिर्जा साहब ने गुस्ताख का मुसलमानों को, हमें भी प्रवोक होना। तो तुसी ऐसे करके 24 घंटे प्रवोक ही रहते हो ना फिर। नहीं मैं पूछ रहा हूँ ना, आपने उसूल बनाया था कि मैंने कहा कि 24 घंटे, फिर इसका एंड कोई नहीं ना है। और भाई मेरी बात सुने, अगर लिटरेचर के अंदर एक बात लिखी हुई है और आप उसको मानते हैं, उसको पढ़ना प्रोवोकेशन है। तो जो हम पढ़ते हैं, फुरकान पढ़ता है, तो वो कुरान और हदीसों को पढ़ता है, वो हदीसों को पढ़ता है। नहीं वो हदीसों को पढ़ता है, वो प्रोवोकेशन है। भाई बात सुनो। फिर उसके अंदर आप कहते हैं कि आप नबियों पे भोंकते हैं, तो हम नहीं उसे कहते। फिर आप कहते हैं कि ज़ईफ हदीस है, ज़ईफ क्यों पढ़ते हो? वो तो आप भी, फिर उसका एंड कोई नहीं है। रवायतें सही रवायतें तो आप भी, ओ यार सही हो, ज़ईफ को लिखा तो हुआ है ना, सुन ले, उसको छोड़ दे। नहीं मैं सुन रहा हूँ। अलामा मेरी बात सुने, अलामा इकबाल के खत। यार बिलाल साहब मैं जो आपसे बात यार क्यों नहीं सीधा जवाब दे सकते आप? यार आप भी सीधा जवाब नहीं देते। मेरे पास सीधे जवाब नहीं है, जिस तरह आपके पास नहीं है। पूछे सवाल, जिस तरह नहीं है, ठीक है ना? सवाल मैं सीधा जवाब देता हूँ। अच्छा, तो अगर हम वो अहादीस पढ़े, चाहे सही है चाहे ज़ईफ हैं, और जो कुतुब पढ़े पुराने उलमाए दीन के, उसके ऊपर आपने चीखें नहीं मारनी, और ना आप कहें कि ये नबियों पे भौंकते हैं, ये हमारे उलमा पे भौंकते हैं, फिर आपको भी बोलना नहीं चाहिए। मैं कहता हूँ 100% फुरकान को ले आए, यहाँ पे मीर सलीम को ले आए, नादर को ले आए, आजम सैफी को हमारे सामने बैठ के पढ़े। चले जी ले आए, आपके सामने पढ़ेंगे, अपनी ब्रॉडों पे पढ़े। डज नॉट मैटर, डज नॉट मैटर, डज नॉट मैटर। बात तो सुन ले। अल्लाह की कसम खा के कहता हूँ, मैं कहता हूँ फुरकान आ जाए, मीर सलीम आ जाए, कोई भी आ जाए, अगर किसी को लगता है ना कि वो हमारी कुतुब पढ़ के उसमें से कोई ऐसी बात निकाल सकता है कि जिससे बड़ा मसला बन जाएगा, वो आ जाए भाई, वो भी ले आए, हम भी ले आते हैं, देख लेते हैं कि हम ये वो बात मानते हैं, या हम भी आपकी कुतुब ले आएंगे, देख लेंगे। आप उसका इनकार करके दिखा देना, हम अपनी बात ना मानते हम उसका इनकार करके दिखा देंगे। बात तो ये है, देखो बात सुनो, बात ये है कि मैं जो हूं ना इतना ज्यादा आर्गूमेंट जमील साहब लाश ते कई मारो, केड़ी गल तो प्रवोक होए जी? ओ यार मैनू एहो जे मरासियां वाले चुटकले, लाश ते कई मारो ते फलाना मरासी तो तुसी घंटे दा मरासपुर कर रहे हो, नहीं कर रहे हो? ओ ते फिर लगा रहंदे यार, फिर इस चीज नु डिस्कस प्रवोक होए हो। और कह के मैं किसी बात में भी प्रवोक हो सकता हूं, मेरी मर्जी पर। चल जा बस, शॉर्ट आंसर। ठीक, ओके डन, दैट्स इट, मेरी पर्सनल चॉइस है। मैं तो बगैर वजह से एक्सप्लेनेशन देता रहा हूं। अच्छा तुम प्रवोक हुए हो, तो फिर मिर्जा बशीरुद्दीन महमूद ने अल फजल में ये लिखा था, उसके ऊपर भी प्रवोक होना चाहिए हमें।
वो तो तुम हर वक्त ही प्रवोक रहते हो, मैं तो कभी कभी हो गया, इट्स फाइन। मेरी तो गर्मियों की छुट्टियां हैं, सिर्फ इसलिए मैं प्रवोक हो, मेरे पास तो टाइम ही नहीं होता। मैं कहता हूँ बेहतरीन है, ये हाँ? तो अच्छी बात है। लगे रहो। मैं ये तो बात आपको आपने, ग्राउंड, मैं कहता हूँ ये बात बताएं। मैं सिर्फ आपको ग्राउंड रूल बता रहा हूं। हाँ। अगर आप आपका ये ग्राउंड रोल ना आपकी जमात को कबूल है, बल्कि खुद मिर्जा मसूर अहमद साहब तबलीग करने का कहते हुए कहते गालियां ना दे, तबलीग करें। ओ यार, आपकी कौन सी, बैठा हुआ है, सुन ले, ये तो नादिर बैठा हुआ है। आपका कौन सा रूल जो है आपकी उम्मत को कबूल है? बताओ, क्या? पीरस खाने का कौन सा रूल कबूल है? उमेर बाप को कौन सा कबूल है? छोटे सिपाही को कौन सा कबूल है? शार्प शूटर को कौन सा कबूल है? वो काका, वो जो है क्या नाम है, पप्पू वाले को कौन सा कबूल है? सुन ले यार, आप एक उंगली दूसरों की तरफ उठाओगे तो चार यार, आपकी तरफ होती हैं। मैंने तो किसी की तरफ कोई उंगली उठाई नहीं। मैंने तो ये कहा कि जो आप कह रहे हैं ना, आप जो रूल बना रहे हो जमील साहब बकलम खुद, आपका ये रूल आपकी जमात को कबूल नहीं है। मैं बिलाल, मोहतरम बिलाल हनीफ साहब, आप मेरी करता है ना। मोहतरम बिलाल हनीफ साहब, आप मेरी बात को नहीं समझ रहे। अच्छा, मैं जमाते अहमदिया का इलामा आमन नजीर नहीं हूं, और ना मुझे बनने का शौक है, और हम में से कोई भी नहीं है। हम में से कोई भी एक दूसरे को अपना अकाबर नहीं मानता। हम एक लाइन में स्ट्रेट में सेम लेवल पे खड़े हुए हैं। हम किसी को नहीं कहता कि ये जो अवैस खान आया ये मेरा अकाबर है और ट्रूथ सीकर मेरा अकाबर है। कुछ क्या तो मैं तेरी मां भैन ही नहीं करांगा, बल्कि मैं उत्थे जावांगा वेयर इट विल हर्ट यू। वी डोंट से दैट, ठीक है? मैं यहां पे सिर्फ अपनी और बात कर रहा हूं कि मैं नहीं प्रोवोकेट होऊंगा। जहां पे मैं बैठा हूं वहां पे कोई तंज ना हो, कोई ऐसी बात ना हो कि जिसमें कोई तंज का पहलू निकलता हो। आपके अलामा शाह और आप में से कोई तंज करे यहां से देखो ना जी हुसैनी साहब फिर उधरों पैसे फाड़ ले जाए, तो मैं तो इन चीजों के मुतल्लिक सेंसिटिव हूं। आई अंडरस्टैंड। मैं किसी की गारंटी नहीं देता। पे फिर आप गाली दे देंगे? मैं गाली तो नहीं देता। ठीक है, मैं गाली नहीं देता। वाज़ेह करें, बात तो वाज़ेह करें। नहीं, मैं गाली कभी नहीं देता। मैं फिर उसी किस्म की तंज करता हूं। अच्छा। जो गालियां आपका अलामा देते हैं या आप देते हैं या अब्दुल्ला देते हैं या आपकी उम्मत मुसलमा देती है, वो गालियां मुझे आती नहीं है। अगर है तो यहां पर रिकॉर्डिंग लगा दे। आपको कौन सी गाली नहीं आती? सुनो, माँ बहन की गालियां नहीं देते? मैं माँ बहन की गालियां इस तरह भी देता हूँ। सुन लेना यार, ओ यार गलते सुन ले भाई, ओ यार गलते सुन ले, ओ भाई गलते सुन ले, गलते सुन ले। मैंने कभी मां बहन की रिप्रोडक्टिव सिस्टम को खोल के और उनका टिश्यू बाय टिश्यू एनालिसिस नहीं किया कि कहां पे क्या घुस रहा है और क्या निकल रहा है। अच्छा, ठीक है ना जी? मैं यही करूंगा। कोई मुझे कहेगा कंजरियों के बच्चे, तो मैं कहता हूं तू बड़ी नेक मां का बेटा भाई। इसके अलावा तो आपने गाली नहीं दी। मैं तो उस किस्म के रिबटल देता हूं। अभी मुझे किसी ने कहा सुनो हरामजादे, ये तो हरामजादे का मैंने आपके अलामा से सीखा है। ये कौन सी गाली? मैंने कोई गाली नहीं है कि जो आपसे और आपके अलामा से ना सीखी हो। ये हमने आपसे सीखी है। हाँ बस ठीक है, फिर 400 मेरी अपनी को गाली नहीं है। मैंने शीदा पस्तौल की टर्मिनोलॉजी मैंने नहीं इजाद की। बनारसी ठग, राजू राकट, हरामजादे, दियूस, ये मेरी टर्मिनोलॉजी नहीं है। मैंने आपसे लेके आपके ऊपर रीयूज कर रहा हूं। तो हमने भी फिर दंडियों की औलाद, गश्तियों की औलाद, कंजर, वल्दुल हराम आपसे लिए। ठीक है, ले लें। ठीक है ना? फिर आपकी अपनी फिर ये मैं तो यही कह रहा हूं। जब आपसे ये कहा जाता है ना, सुन ले, जब आपसे ये कहा जाता है ना कि पहल ना करें, जब आप पहल करेंगे आपको, मुझे पता है मैंने बंदा, सुन ले, मैंने तो मेरे मोहतरम कह दिया कि ये पहल वाली बात छोड़ दे। हर किसी की अपनी अपनी पहल है। मैं ये इन बातों का हल है ही नहीं। इसका आज वो जो राना राशिद है हमारा अलामा, उसने बड़ी खुश दिली से कहा कि मैं अमन नजीर साहब से बात करता हूं, सबको नीचे उतार दो। वो घंटा दोगे लगे रहे। एंड रिजल्ट क्या था? अमन नजीर ने यह कहा, जी मेरी बात सुने, आप हमें मजबूर नहीं कर सकते कि जिसको आप मानते हैं हम भी उसे उसी लेवल पे माने। हमारे नजदीक मुसलमानों का एक चूड़ा चपड़ा एक मजदूर भी होगा ना, उसकी इज्जत और हुर्मत आपके अकाबर से ज्यादा है। तो ये तो पूरी दुनिया का मुसलमान
اینڈ آف دا اسٹوری. یہ پوری دنیا کا مسلمان اصول ہے. ہاں بس بات ہے. تم اپنے مسلمات اصول پہ چلے جاؤ, ہم بھی اپنے مسلمات اصول بنا لیں گے, اور بنائے ہوئے ہیں, بنائے ہے دنیا کا اصول ہے. وہ بس ختم ہو گیا, ہمیں پھر دنیا کے اصول. غلام احمد کا سن لیں مرزا غلام احمد قادیانی صاحب ہمارے نزدیک غیر مسلم ہے. اور میرے نزدیک تم غیر مسلم کی حرمت جو ہے ایک مسلمان سے بڑھ کے نہیں ہے. وہ میرے نزدیک تو میں تمہیں مسلمان ہی نہیں سمجھتا. میں تمہیں بھائی بلال صاحب بات سنے نا, بھائی بات سنو نا, بات سنو نا. آپ اپنے آپ کو مسلمان کہتے ہو, مجھے کافر کہتے ہو. آپ کہتے ہو کہ آپ کی حرمت مجھ سے زیادہ, میں آپ کو کافر زندیق مانتا ہوں, اور آپ کو میں کہتا ہوں کہ جماعت احمدیہ کے چوڑے کی حرمت آپ سے زیادہ ہے. آپ کہتے ہیں کہ ہمارا نبی بڑا اونچا ہے, میں کہتا ہوں میرا نبی محمد رسول اللہ صلی اللہ علیہ وسلم ہے, وہ سب سے اونچی ہے. میں آپ کا کوئی تعلق ان کے ساتھ جوڑتا ہی نہیں ہوں کسی طریقے سے. تو یار آپ نہ جوڑو, آپ جو مرضی کرو. آپ ہم کہتے ہیں کہ گالی دینے میں پہل نہ کرو, آپ جو مرضی کرو. آپ بھی پہل, پھر وہی بات, پہل ہر کسی کی اپنی اپنی ہے میرے بھائی. اچھا کیا ہے آپ کو کس طرح پرووک ہوتے ہیں, آپ بتائیں ذرا. کوئی بھی طنز ہو, کوئی بھی ایسٹ آپ لے کے آئیں گے رائٹنگ, جس سے آپ ہمارے آقا و مولا حضرت مسیح موعود علیہ الصلوۃ والسلام یا میرے خلفاء کو آپ ثابت کرنے کی کوشش کریں گے, ان کا تمسخر اڑائیں گے, وہ میرے لیے پرووکیشن ہے. کوشش کریں تو آپ پرووک ہو گئے. ہاں جی, اگر ہم آپ کے کابرین کو غیر مسلم ثابت کرنے کی کوشش کریں تو آپ پرووک ہو جاؤ گے. میں آپ کو ثابت کرنے کی کوشش کروں گا, اس کے ایکویلنٹ میں تو نہیں ہوگا, نہیں, کیونکہ مجھے پتا ہے مجھے مانتے ہو غیر مسلم. بس ٹھیک ہے. جب اگر میں آپ کو مسلمان مان لوں, میں آپ کو, میری بات سنو, میری جو آپ کو مسلمان ہی مان لوں گا تو جھگڑا کس بات کا ہوگا. بات یہ ہے بلال صاحب, روز یہی تو کرتے ہیں بلال صاحب, بات یہ ہے کہ میری جو پرووکیشن ہوگی نا, یا میری جو لینگویج ہوگی, وہ آپ سے زیادہ کسی بھی صورت گندی غلیظ نہیں ہوگی. نہیں, وہ تو یہ تو ہم بھی کہتے ہیں کہ آپ کی بہت گندی غلیظ ہے. آپ کی اپنی ہے نا, لیکن میں آپ کے الفاظ آپ پہ ہی موڑتا ہوں. میں نے آپ کو اس کا سمجھایا ہے. شیدہ پسول, بلال دیوس, حرام زادے, زناکار, کذاب دجال, کانا, انا, لولا, ٹٹی, پیشاب, یہ سب کچھ میں نے آپ سے سیکھا اور آپ کے اوپر. اس میں سے کون سا لفظ ہے جو آپ کے لٹریچر میں موجود نہیں ہے؟ آئی ڈونٹ کیئر. میں نے یہ کہا جہاں تک میری, تو کون سا اس میں سے کون سی بات ہے جو حدیثوں میں نہیں ہے؟ تو پھر یہ تو نہ کہو کہ ہم سے سیکھے ہیں. میں نے سیکھا, میں پرسنلی اپنی بات کر رہا ہوں, میں کسی اور کی بات نہیں کر رہا. میں باجوہ صاحب کی بات نہیں کر رہا, میں رحیل کی بات نہیں کر رہا, میں رحیل کی بات نہیں کر رہا, میں منصور کی نہیں پڑھا. او سن لو, میں منصور کی بات نہیں کر رہا, میں باجوہ کی بات نہیں کر رہا. میں صرف اپنے لیے رسپانسیبل ہوں, ون سنگل پرسن. احمدیہ کے اندر ہوئی ہے نا, میں بے شک جماعت احمدیہ کا ہوں, بٹ آئی ایم رسپانسیبل فار مائی بہیویئر. ٹھیک ہے نا, میں یہ کہہ سکتا ہوں کہ نہیں, اس سے پہلے میں نے حدیثیں زیادہ پڑھی ہیں, میں نے حدیثیں زیادہ پڑھی ہیں, میں نے ائمہ کی کتابیں زیادہ پڑھی ہیں, میں نے احمد رضا خان بریلوی کو زیادہ پڑھا, میں نے محمد حسین بٹالوی کو زیادہ پڑھا, میں نے وہاں سے سیکھی ہیں. نہیں پڑھا آپ نے, جھوٹ بول رہے ہو. میں کہہ رہا ہوں بٹالوی کو پڑھا آپ نے؟ میں نے پڑھا, بالکل پڑھا ہے. میں نے امرتسری کو بھی پڑھا, ہر چیز. میں نے اس کے اشاعت السنہ پڑھی ہے, سارا کچھ اس کے جو اخبارات ہیں. تم اس باتوں کو چھوڑ دو, میں نے تمہیں کہا نا میں ان ڈیٹیلوں میں نہیں جاتا. اس میں پھر انٹرپریٹیشن نکل آتی ہے نا. بات سنو یار, تم مجھے جانتے ہو, یہ دیکھو 2 نمبری. ابھی میں تمہیں 3 نمبری کہہ سکتا ہوں, تم اس طرح ہنسو گے, میرا تم آگے نہیں نکل سکتے, تم سے آگے نہیں نکل سکتے اس معاملے میں. او یار تو جو مجھے, میں تجھے جھوٹا مانتا ہوں, میں کہتا ہوں تو ہر چیز میں جھوٹا ہے. چلو میں کہتا ہوں میں نے مرزا غلام احمد قادیانی کی کتابوں سے یہ پڑھا ہے کہ قادیانی
सुन ले, अब ये भी आपकी गलत फहमी। नहीं, पूरा आपका नाम ऑफिशियल बोलो, पूरा नाम बोलो, आपका पूरा नाम ऑफिशियल बोलो, मुनाजरा हुआ था। नहीं तुम्हारा पूरा नाम बोलो। मिर्जा गुलाम अहमद कादियानी साहिब। को साहब लिखा ही नहीं हुआ किताब में। अच्छा मैंने तेरे से बात ही नहीं करनी, चल चुप करो। नो, आई डोंट हैव टू टॉक टू यू। मुनाजरे के अंदर, अखलाक है इसके। तुम्हारे ऑफिशियल मुनाजरे के अंदर तुम्हारे ऑफिशियल मुरब्बियान ने कहा कि यहाँ मिर्जा गुलाम चल अहमद गंदा गाली कादियानी बात साहब करता को, है। चल चीख बद क्या अखलाक। मिर्जा गुलाम अहमद कादियानी साहब कह लो या मिर्जा गुलाम अहमद कादियानी कह लो, दोनों बैठे ठीक है। तुम उनसे ज्यादा सियाने हो गए। ये लो, ये देखो, हाँ मैं ज्यादा सियाना हूँ, चलो भाग जाओ। तुम्हारी जमात का ऑफिशियल मौका भी तुम नहीं मानते। मैं अपनी जमात आप हूँ, मेरे से बात करो। मैंने लंदन तुम्हें कहा ना कि मैं जिस लंदन चीज पे मुनाजरा में रोक तुम्हारे होता हूँ, ऑफिशियल मुरब्बियान ने ये शर्त रखी है। नहीं तो फिर मैं मोहम्मद नजीर को क्षमा खुसरा कहूंगा। कोई बुरी बात नहीं है, क्या क्या मैं फिर मोहम्मद नजीर को कहूंगा क्षमा खुसरा? अच्छा, तुम मिर्जा गुलाम अहमद कादियानी का पूरा नाम लेने पे अहमद नजीर को गाली दोगे? बिल्कुल, मेरे नबी और रसूल है वो। तो तुम्हारे नबी का तो मैं उल्टा नाम नहीं ले रहा। तुम पूरा नाम लो, साहिब। मिर्जा गुलाम अहमद कादियानी साहिब लिखा ही नहीं हुआ, कहाँ में लिखा है? साहिब हकीम नूरुद्दीन ने कहा साहिब 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 मिनिमम रिक्वायरमेंट। गुलाम अहमद कादियानी पूरा नाम है उसका। साहिब मिनिमम रिक्वायरमेंट। गुलाम अहमद कादियानी साहिब मिनिमम रिक्वायरमेंट। हमारी कौन सी minimum requirement? साहिब कौन सी साहिब मिर्जा गुलाम अहमद कादियानी किताब 84-85 किताबों पे मिर्जा गुलाम अहमद कादियानी लिखा हुआ है। साहिब तुम मुसलमान कज़ाब साहिब कहते हो? मुसलमान कज़ाब साहिब? आदम नजीर लौंडेबाज कहते हो? भाई तुम मिर्जा गुलाम अहमद कादियानी कज़ाब दज्जाल कहते हो? तो तुम अपने नबी को शीदा पस्तौर बनारसी ठाकुर कहते हो? अपने मिर्जा गुलाम अहमद कादियानी हरामजादे को तुम अपने आप को मानते हो कि तुम किसी हरामजादे की खुद उम्मत हो? बनारसी ठाकुर की लानती की कज़ाब और दज्जाल को कभी तुम नहीं कहते कि तुम किसी सूअर की ज़ुर्रियत हो? नहीं कहते। मुसलमान कज़ाब को मुसलमान तुम नहीं कज़ाब कहते कहते कि तुम किसी सूअर की ज़ुर्रियत हो? कज़ाब और दज्जाल को मिर्जा गुलाम अहमद कादियानी कज़ाब और दज्जाल कहते हैं। लेकिन तुम नहीं तुमसे कहते बात करने के किसी लिए शराबी की तुम ज़ुर्रियत हो? गुलाम अहमद कादियानी ही क्या लेते, इतना बहुत है। तुम कहते हो साहिब साहिब। भाई फिर तुमसे बड़े बेगैरत तो तुम्हारे वो लंदन वाले मुरब्बी हुए ना, जिन हरामजादों ने ये कहा कि मिर्जा गुलाम अहमद कादियानी क्या लेना बेहतर है, इतना पूरा नाम ले। भाई तुम्हारी 84-85 किताबों में फिर गुस्ताखी लिखी हुई है कि तुम्हारे मिर्जा गुलाम अहमद कादियानी का पूरा नाम नहीं लिखा हुआ। जाओ पकड़ो जाके उनको जिन्होंने मिर्जा गुलाम अहमद कादियानी लिखा हुआ है, उनके मुंह पे थप्पड़ मारो ना। अच्छा नहीं गल करनी ना कर जा, ठीक है ऐसी नहीं करनी गल। जा काम कर, तू जाके काम कर अपना मरजोटिया जा ना, ये रिस्पेक्ट नहीं कर सकते। ये है वो हरामजादे आके हमें सिखाते हैं। इनके हरामजादे में होना में किसी को शक नहीं होना चाहिए। मिर्जा गुलाम अहमद कादियानी कज़ाब इनका हरामजादा होने में किसी दोनों पार्टियां बैठी हुई हैं और दोनों के ज़ुबान के ऊपर कोई चीज़ नहीं रखी हुई, दोनों बोल सकते हैं। रूसीकर साहब कहते हैं अब नीचे उतार दें, नाजुक मिजाज शाह ताब सुख। अगर ये नहीं अच्छी लगती बातें तो करें ही ना, शुरू ही इस बात से वजू करके आए कि हमने कोई गंदी बात करनी ही नहीं, बातें खुद करनी और फिर मेरी ड्यूटी लगानी, मुझे डिक्टेट करना कि अब तुम ये कर दो, तुमने ये क्यों नहीं किया, लेट कर दिया, अब जल्दी आ जाओ। वो खुद भी थोड़ी सी अकल ले लेने में क्या हर्ज है। अगर आदमी 18 साल से बड़ी उम्र हो गई हो, यूनिवर्सिटी गया हो, अंग्रेजियाँ पढ़ी हों, किताबें पढ़ी हों, अखलाकी बातें सीखी हों, अपनी अपनी जगह दावे हों कि हमने इस्लाम के अखलाक फ़ाज़ला हमारे अंदर हैं, तो यार मुझे वो सबक दो, मुझे ये समझाओ एक सेशन लगा के 1 घंटे का कि देख लो हमने कोई लफ्ज़ ऐसा नहीं बोला, तुम शर्म करो, तुम भी हमसे सबक सीखो, मैं तुमसे सबक सीखूंगा। लेकिन अगर आपका अपना कोई मिनट खाली नहीं जाता तो मुझे क्या सिखाओगे, मुझे क्या नसीहत करते हो? कुछ ना कुछ कभी इंसान को अपनी तरफ अपने शीशे में मुंह देखना, उसी को बुरूज कहते हैं। और अंग्रेजी में ब्रूज पड़ जाते हैं चपेट लगने से, वो अंग्रेजी ब्रूज होते हैं। तो दूसरे ब्रूज जो हैं उस पर नज़र रखनी चाहिए।
بہت مہربانی ثانی صاحب آپ کی کہ کال پہ اٹھایا. السلام علیکم. سب سے پہلے وعلیکم السلام. بات یہ ہے ثانی صاحب کہ اگر ایک خط لکھا ہے اس کو پڑھا گیا، یار پڑھنے میں کون سا مذائقہ ہے؟ مرزا صاحب کے اشتہارات پڑھے جاتے ہیں، ملفوظات پڑھے جاتے ہیں. آپ ہمارے علماء کے پڑھیں یار، کس نے روکا ہے؟ میں اس پہ کوئی کہتا نا فرقان نے فلاں چیز، میں اس پہ قطعاً مجھے کوئی اعتراض نہیں ہے. آپ یہ دیکھ لیں سن صاحب، آپ یہ دیکھ لیں. انہوں نے بات کی ہے باسط صاحب نے، اچھی ریزنیبل بات کر رہے تھے، تو انہیں بیچ میں پھر بدتمیزی کرنی شروع کر دی. کیا بدتمیزی کی میں نے؟ کہ اگر تو نے اخلاق سے بات ہی نہیں کرنی تو بات ہو سکتی. کیا بدتمیزی کی وہ بتائیں، میں نے بدتمیزی کیا؟ یہی کہ بد اخلاقی، کہ جی ہم تو بد کون اخلاقی سی کریں وہ گے، بتاؤ نا، کیا مینشن کرو ذرا. ہم تو بد اخلاقی کریں گے. تو نے صاحب بھی نہیں کہا، حضرت مرزا غلام احمد بھائی صاحب. مرزا سن لیں، اب میری بات سنیں. آپ کو شاید لگتا ہے کہ میں کوئی جب تم نے کرنی بد اخلاقی ہے تو بات کیسے ہوگی؟ اچھا تم کمپلیٹ کر لو، میں پھر کر لوں گا. تم کمپلیٹ کر لو پھر میں بات کروں. پنا رہو. ہم سے کیوں آتے ہو ہم سے بات کرنے؟ ہمارا کوئی دماغ خراب ہے کہ تم جیسے بد اخلاق لوگوں سے ہم بات کریں؟ اتنے بے وقوف سے لوگ ہیں کہتے ہیں جی ہم نے تو بد اخلاقی کرنی ہے. بھائی بد اخلاقی جب اگر تم نے بات کرنی ہے تو کم از کم اچھے اخلاق سے تو بندہ بات کرتا ہے نا. اپنے اوپوننٹ سے بھی وہ اس کا عقیدہ فرق ہے، تمہارا عقیدہ فرق ہے، تو کم از کم بات کرنے کا سلیقہ تو ہونا چاہیے، تمہارے اندر اخلاق تو ہونے چاہیے، تبھی بات ہوگی نا. تم کہو کہ جی ہم بد اخلاقی بھی کریں گے، ہم تم کو برا سمجھتے ہیں، ہم تم کو برا بھی کہیں گے، لیکن ہم سے آ کے بات کرو. بھائی جہاں پرا بات کرو تمہارے ساتھ کیوں کریں بات؟ بھائی جا پرا جا کیوں ساڈے نال کی تھی شوق پے نے گلا کرن دے. کسی اور دا جا کے دماغ کھپا، آپ ہی کھپ جا کے. ہو گئی بات ختم آپ کی. اب میری بڑی بات سنیں ذرا. بات ہی ہے. اچھا کر لو، کمپلیٹ کر لو. تمہیں اچھا بلا موقع دیا تھا مسٹر بمبئی سنگھ نے، ادھر تم سے بات جو ہے عجیب بیوقوف والی بات کر رہے تھے، بد اخلاقی شروع کر دی، بدتمیزی شروع کر دی، اور پھر کہتے ہیں ہم سے بات کیوں نہیں کرتے، ہمارے پہل کیوں؟ بھئی تمہیں ساری بات انہوں نے سمجھائی ہے، پھر بھی تمہاری عقل میں بات نہیں پڑی. بیٹھے رہو، جاؤ اکیلے بولتے رہو جو بھی بولنا ہے تم نے. اللہ حافظ. میرے سب سے پہلے تو میرے جوتے کے نیچے لگے ہوئے گارے کو بھی پرواہ نہیں ہے کہ تم مجھ سے بات کرو یا نہ کرو. میں تم سے بات کرنے کی نہ تو حرص رکھتا ہوں اور نہ مجھے اس طرح کا کوئی لالچ ہے اور نہ میری کوئی چاہت ہے. اگر کوئی میرے ساتھ شاہ صاحب ایک میں میوٹ کرنا، اگر کوئی میرے ساتھ رسپیکٹ سے بات کرے گا تو میں اس سے رسپیکٹ سے بات کروں گا. اگر کوئی میرے ساتھ بدتمیزی کرے گا تو اس کے ساتھ میں اسی طریقے سے جواب دوں گا. مجھے میرا قرآن اجازت دیتا ہے. نمبر 1 تو بات یہ ہوگی. نمبر 2 بات یہ ہے کہ میں نے بمباسٹک سے یہ 3-4 گھنٹے کی یہ جو جہاں پہ تماشا لگا تھا، اس کے باوجود میں نے کہا کہ میں سمجھوں تو صحیح کہ ہو سکتا ہے میری غیر موجودگی میں علامہ محمد نذیر صاحب نے کوئی ایسی بات کر دی ہو کہ جس کی وجہ سے یہ بندہ تب سے شروع ہوا ہوا ہے. حالانکہ میرے سامنے انہوں نے وارننگ دی اس کو ایک دفعہ. یہ کہتا ہے کہ علامہ اقبال رحمہ اللہ تعالیٰ کا خط پڑھنے پہ یہ پرووک ہوا ہے. اس کی عقل کا اور اس کے ذہن کا اور اس کی سوچ کا آپ اندازہ لگائیں کہ جو خط علامہ اقبال نے کیا کہا کہ مرزا غلام احمد قادیانی جو ہیں وہ غیر مسلم ہے، گستاخ رسول ہے. یار تو اگر اچھا تم کیا سمجھتے ہو کہ ہم یہ نہیں مانتے؟ وہ یار ہم یہ مانتے ہیں تو تم سے جھگڑتے ہیں نا. اگر ہم یہ نہیں مانتے تو پھر تو تمہاری لڑائی جھگڑا کس بات کا ہے؟ پھر تو ہمیں بسم اللہ کر لینی چاہیے اور مان لینا چاہیے کہ مرزا غلام احمد قادیانی جو ہے وہ رسول اللہ کا ذیل بروز ہے. ہم اس چیز کو گستاخی مانتے ہیں، غلط مانتے ہیں، ان کو سچا نہیں مانتے تو ہم تم سے جھگڑتے ہیں نا. تمہاری عقل یہ ہے کہ کوئی بندہ یہ کہے کہ میں مرزا غلام احمد قادیانی کو نہیں مانتا، اس کو میں گستاخ مانتا ہوں یا میں اس کو نبی نہیں مانتا، تو تم اس پہ تمہاری عقل ہے؟ خود مرزا غلام احمد قادیانی صاحب کے اس اصول کے خلاف ہو، تم نہیں مانتے تھے. وہ مسلمہ کذاب کو کہ انہوں نے کذاب نہیں لکھا؟ کیا انہوں نے علماء کے بارے میں یہ زبان استعمال نہیں کی؟ وہ بات کرو جو اصول تمہارے گھر میں موجود نہیں ہے. میرے گھر میں اگر ایک اصول موجود ہے اور میں اپنے مخالف کو کہوں کہ تم یہ کیوں کر رہے ہو، وہ میرے منہ پہ چپیڑ مارے گا کہ تمہارے اندر غیرت موجود نہیں ہے، تم اپنے اصول سے مکر رہے ہو. تمہارے گھر کے اندر جو اصول موجود ہے کہ خود مرزا صاحب نے، میں بتاتا ہوں، خود مرزا غلام احمد قادیانی صاحب نے، حسینی صاحب حقیقت الوحی کیا غالباً وہ ہے، وہ کہتے ہیں، وہ جو سوال نمبر 6 تھا حسینی صاحب، جو تراق القلوب میں جو خط لکھا تھا، کہتے ہیں جو مجھے نہیں مانتا وہ اس لیے تو نہیں مانتا کہ وہ مجھے مفتری مانتا ہے کہ میں خدا پہ جھوٹ باندھ رہا ہوں. یہ خود لکھا انہوں نے اپنی کتاب میں کہ جو مجھے نہیں مانتا وہ اس لیے نہیں مانتا. اب جو خدا پہ جھوٹ باندھتا ہے اس کو ہم گستاخ کہتے ہیں.
हम कहते हैं इसने खुदा की शान में गुस्ताखी की, अपने दावे की बुनियाद झूठ पे रखी है, इस बुनियाद पे गुस्ताख कहते हैं। खुद मिर्जा साहब ने लिखा हुआ है, तुम्हारी अकल घास चरने गई हुई है। पता नहीं कौन सा लिटरेचर मैंने शेख बटालवी के तुम्हें रसालों की जिल्दों का भी नहीं पता शातो सन्ना कितनी जलती हैं। झूठ बोली जा रहे हो तब से। कोई मैंने गाली नहीं दी, मैंने मिर्ज़ा गुलाम अहमद कादियानी का आपका लंदन का ऑफिशियल मनाजरा हुआ है, जाके देख लो। वहाँ पे आपके मॉडरेटर, आपका अहमदी मॉडरेटर बैठा हुआ था, उसने 2 शराइत रखी। उसने कहा या तो आप मिर्ज़ा साहिब कहेंगे या मिर्ज़ा गुलाम अहमद कादियानी कहें, कंप्लीट नेम लें। तुम में ज़्यादा कह रहा था कि उनमें ज़्यादा कह रहा था, जो खुद मिर्ज़ा मसूद अहमद साहब की ज़ेरे साया वहाँ पे डिबेट करने गए हो, तुम वहाँ बड़े गैरत वाले आ गए हो। एक बात को बिला वजह तूल दे के उसको अपनी तरफ से प्रोवोकेशन समझ लेना, जो तुम्हारे घर के अंदर। यार एक मिनट यार, मंसूर साहब जरा म्यूट रखो, गल कर दो मुकम्मल। यार मैंने ट्रूथ सीकर को बात मुकम्मल करने दी है ना। यार माइक म्यूट रखो, बंद करो माइक, जरा गल कर दो, गल कंप्लीट कर दो यार, गल कंप्लीट कर दो, गल कंप्लीट कर दो। और मैं करदा जरा ਤੁਹਾਡਾ प्रोवोकेशन, ਤੁਸੀਂ ਇਹਦੀਆਂ नाजुक फुल जड़ियां। यार गल सुन, जो बंदा ये कहता है ना कि मैं मिर्ज़ा गुलाम अहमद कादियानी कहने पे मेरे उसे दुख होता है, वो पहली चपेट जाके मारे इब्राहिम खलफ के मुंह पे, दूसरी रजी के, तीसरी जाके वो रहील के मुंह पे मारे, और चौथी मारे मॉडरेटर के मुंह पे। आप अपने मुंह पे चपेड़े मार लो। तो फिर मेरे मुंह पे तो तब मारो ना जब मेरा असूल बनाया हो मेरे घर का और मैं उसके खिलाफ जाऊं, मारो मेरे मुंह में चपेड़े। आप असूल बनाते रहते हैं अपने घर के, ये हमारा भी असूल है। तुम्हारे घर का असूल नहीं है कि मिर्ज़ा गुलाम अहमद कादियानी पूरा नाम लेना गुस्ताखी नहीं है, कोई बदतमीजी नहीं है। नहीं करनी आती तो फिर ना हमारी कुतब पे बात करो। तुम्हारे घर का ये असूल है कि नहीं? अच्छा पेश करो ना, तुम अपने नबी की किताब पेश करो, हम अपने, तो फिर तुम हमारे नबी की किताब ना पेश करो। नहीं करते, चलो ठीक है, अपनी कुरान हदीस पेश करो, ठीक है। तुम अपने नबी की किताब पेश करो। ओ भाई मैं पेश करूं या ना करूं? अच्छा तो मैं फिर क्यों करूं? ठीक है, मैं अपने नबी की किताब क्यों पेश करूं? तुम अपने नबी की किताब पेश करने को तैयार नहीं हो। भाई मुझे प्रवोक नहीं करो। बी सी डी नहीं, अपने नबी की किताब पेश करो, मैं अपने नबी की किताब पेश करता हूँ। गलत बातें, जब आप गलत चीजें मंसूब करते हो, कोई माइक सुन लो, अब ये भी सुन लो, ये जमील है, सुन लो कहते हैं, ये जमील कहता है कि अलामा अहमद नज़ीर या मैं, या मेरी बात सुन ले, मैं अपनी बात करता हूँ अलामा अहमद नज़ीर, क्योंकि वो बुजुर्ग आदमी है और बड़े हैं मुझसे। अगर एक हवाला अलामा अहमद नज़ीर का या मेरा, कोई एक हवाला ज़िया रसूल अमीनी का एक हवाला, आमिर हक का एक हवाला, आमिर क्या नाम है इम्तियाज़ साहब का एक हवाला, सीकर भाई का एक हवाला, यूसुफी भाई का एक हवाला, हमारे शुएब राजा शाह शूटर एक हवाला, जो उन्होंने मिर्ज़ा गुलाम अहमद कादियानी की किताब की निस्बत किया हो और वो झूठा हो, ला इलाहा इल्लल्लाह मोहम्मद रसूलुल्लाह, कैमरा खोल के माफ़ी मांगूंगा, जो चोर की सज़ा वो मेरी। झूठ बोलते हो हम पे। तुम्हारे मैं कई बातें तुम्हारी मीर सलीम की, नादर की, सैफी की कई हवाले दिखाता हूँ। जाओ किसी माँ के लाल में जुर्रत है तो वो हवाला निकाल के दिखा दो तारीख के अंदर। खुद मिर्ज़ा गुलाम अहमद कादियानी ने, सुन लो, खुद मिर्ज़ा गुलाम अहमद कादियानी ने जब नवाब ऑफ मलेरकोटला मोहम्मद अली खान को खत लिखा, उसने कहा कि तफसीर इब्ने कसीर में लिखा हुआ है कि सुलह हुदैबिया के मौके के ऊपर, सुन लो ना, सुलह हुदैबिया के मौके पे कई सहाबा मुर्तद हो गए। जाओ किसी माँ के लाल में जुर्रत है, तफसीर इब्ने कबीर के अंदर से ये हवाला निकाल के दिखा दो, उसका मैं मुंह सोने से भर दूंगा। झूठ बोलते हो तुम, झूठे वाले तुम देते हो, तुम्हारे खबर देते रही हैं। कुरान और हदीस पेश करो, अपने कुरान और हदीस के ऊपर करो ना बात। मैं कहता हूँ मैं कुरान और हदीस पे बात करने को तैयार हूँ, तुम मिर्ज़ा गुलाम अहमद कादियानी की किताबें लेकर आओ। आप अपने जो मर्जी बात पेश करो, तुम अपने जो मर्जी बात पेश करो, ना करो। क्यों सी प्रोवोकेशन है? तुम्हारी किताबें पेश करना प्रोवोकेशन है? हाँ जी, ये हमारे लिए। तो फिर मिर्ज़ा साहब बाइबल क्यों पेश करते रहे हैं? गलत बात है। मिर्ज़ा गुलाम अहमद कादियानी साहब बाइबल क्यों पेश करते रहे हैं? फिर भाई बस ठीक है ना, कहा ना, आप प्रोवोकेशन करते रहे फिर वो सारी जिंदगी हिंदुओं के साथ ईसाइयों को प्रोवोक करते रहे वो, उनकी किताबें पेश कर करके। बात ये हो रही है कि जब जवाब दिया जाता है फिर आप कहते हो कि आपने पहल की है। आप मुझे कह रहे हो कि प्रोवोक ना करो। मुझे ये बताओ कि मिर्ज़ा गुलाम अहमद कादियानी साहब, सुन लो, मिर्ज़ा गुलाम अहमद कादियानी साहब आर्या धर्म के लोगों की किताबें पेश करते रहे हो कि नहीं करते रहे? ईसाइयों के आगे बाइबल पेश करते रहे हो कि नहीं करते रहे? उसके ऊपर हाशिया राई करते रहे हो कि नहीं करते रहे? प्रोवोक तो तुम करते रहे हो।
झूठी बात है ईसा अलैहिस्सलाम की निस्बत मंसूब करके जो बाइबल के अंदर मौजूद नहीं है। ईसा अलैहिस्सलाम को गालियां देकर अपना सीना ठंडा किया मिर्जा गुलाम अहमद कादियानी ने। नहीं, आपकी किताबों में कुछ नहीं लिखा है ऐसा। हमारी किताबों में ऐसी कोई बात लिखी हो, मैं उसको जूते की नोक में रखता हूँ जो किसी नबी की गुस्ताखी करती हो। निकालो निकालो किताब। बैठता है, जवाब क्यों नहीं देते? उस फिरकान को अगर वो अपने बाप का तुखम है, इधर आए सानी साहब की ब्रॉड पे मेरे सामने बैठ के किताबें पढ़े, तो वो यही बात वो कहेगा अगर तुम अपने बाप का दुख इधर आओ। मैं कहता हूँ हाँ आओ, न्यूट्रल ब्रॉड पे आओ, मेरी ब्रॉड पे ना हो, किसी मुसलमान के इधर आओ, इस जगह पे प्लेटफॉर्म पे, यहाँ पे ओपन ग्राउंड हो, खेले। इस चीज का क्या है? क्या किस चीज का जवाब दो जाके। ओ उसको कहो कि किसी ओपन ग्राउंड में आए, अपने बाप का तुखम है तो सानी साहब की ब्रॉड पे मीर सलीम को ले आओ, दोनों को इकट्ठे ले आओ। अगर अपने बाप का तुखम है दोनों इकट्ठे आ जाए, खुदा की कसम बैठूंगा उनके साथ, जो किताब खोलनी है खोलें। उसकी अगर मैंने तंबी उतार के उसको यहाँ से ना भगाया तो मेरा अपने मेरा वैस ने कहा कि आओ मैदान में, तो कौन भागा था? कौन भागा था? हैं? कौन भागा था? यूनिवर्सिटी कौन गया था? कौन गया? किसने कहा था मैं यूनिवर्सिटी जा रहा हूँ? ये स्टूडेंट तुम्हारा कादियानी भाई जो है ना स्टूडेंट, वो भागा था। मुसलमान रिकॉर्डिंग मौजूद है। कुरान हदीस क्यों नहीं पेश करते? क्या और मैं कुरान हदीस पेश करता हूँ तो मिर्जा कादियानी की किताबों पे बात करने को तैयार हो? ओ भाई तुम नहीं ना मानते ना। चलो जी, वन सेकंड मैं करता हूँ कुरान हदीस। मैं कुरान हदीस पेश करने लगा हूँ, अब सुनो। बिस्मिल्लाहिर्रहमानिर्रहीम। लो जी सारे बंदे गवाह रहो, अब मैं कुरान हदीस पेश करने लगा हूँ। कुरान में और हदीस में मिर्जा गुलाम अहमद कादियानी का जो दावा है बरूजी नबूवत का, जिल्ली नबूवत का, साबित कर दो। जाओ, सारी बातें खत्म होगी। निकालो, अब निकालो कुरान, निकालो। बिस्मिल्लाह, मैं कुरान निकालता हूँ, निकालो। चलो ये कुरान से तुम साबित चलो नहीं, निकालो कुरान। तो इस्लाम ने वापस आना है भाई, सुन लो, निकालो कुरान से ये दावा मिर्जा गुलाम अहमद कादियानी का। तुम ये साबित कर दो कुरान में जी से कि हज़रत ईसा अलैहिस्सलाम ने वापस आना है। कुरान हदीस से साबित कर दूं? कुरान से साबित कर दो, हदीस से नहीं। किधर? जिल्ली बरूजी नबूवत मौजूद है कुरान में, हदीस में। मिर्जा गुलाम अहमद कादियानी की दावे की बुनियाद है हमारा। तो सुन लो, मैं ईसा अलैहिस्सलाम को नबी मानता हूं, उनका नुज़ूल हो या ना हो। तुम्हारा बुनियादी दावा है मिर्जा गुलाम अहमद कादियानी की नबूवत, उसको कुरान से, और उसका दावा है जिल्ली और बरूजी नबूवत का, ला इलाहा इल्लल्लाह मुहम्मद रसूलुल्लाह। अगर कोई बंदा कुरान और हदीस की रोशनी में यह साबित कर दे, मैं अहमदी हो जाऊंगा। करो साबित, जाओ करो। ईसा अलैहिस्सलाम वफात हैं या हयात हैं, दोनों जुमरे में मैं उनको नबी मानता हूँ। आमनतु बिल्लाहि व मलाइकातिही व कुतुबिही व रुसुलिही, मैं तो पहले नबी मानता हूँ। वो ईसा अलैहिस्सलाम इस दुनिया में वापस आए या ना आए, उनको मैं आज भी नबी मानता हूँ। उनकी वफात के बाद भी लोग उनको नबी मानेंगे, और अगर वो वफात पा चुके हुए तो फिर भी लोग उनको नबी मानते हैं। गामदी साहब नबी नहीं मानते? मानते हैं। वो वफात, मैं तो उनको काफिर नहीं करता, मैं उनको मुसलमान समझता हूँ। अगर किसी इंसान ने सख्त से सख्त फतवा दिया उनके ऊपर, तो ये दिया होगा वो गुमराह है। चले जी, उस मौलवी का फतवा गलत कह लो या गामदी साहब को गलत कह लो, दोनों सूरतों में वो मुसलमान है। अब तुम बताओ कि मिर्जा गुलाम अहमद कादियानी को जिल्ली और बरूजी नबूवत ना मानने से तुम मुसलमान रह जाओगे उनके नज़दीक? टके की बात नहीं रहेगी तुम्हारी। बात करते हो कुरान हदीस खोलो ना, निकालो जिल्ली नबूवत, बरूजी नबूवत निकालो कुरान से। मिर्जा गुलाम अहमद कादियानी की दावे की बुनियाद जो है वो निकालो कुरान से। मिर्जा गुलाम अहमद कादियानी के अपने इल्हाम की रोशनी में, मिर्जा गुलाम अहमद का, सुन लो, है कुरान में ये नहीं आपको जबरदस्ती कहा है कि मानो, पर जिसको मानते हो, जिसके शौक खत्म हो गया, शौक खत्म हो गया कुरान हदीस का, शौक खत्म हो गया कुरान हदीस का, कुरान हदीस का शौक खत्म हो गया तुम्हें। अब मैं और रूहानी खजाइन पे, अब मैं खोलूं रूहानी खजाइन का दावा करते हो, वो तो रहमत। अब मैं रूहानी खजाइन खोलूं? अब सुनो मेरी बात, कुरान और हदीस से तुम्हें जिल्ली बरूजी नबूवत नहीं मिली। अब मैं तुम्हें देता हूँ एक चांस,
खुद मिर्जा गुलाम अहमद कादियानी साहब का ये दावा है कि मेरे सुन लो बात, अभी बात मुकम्मल करो, अभी बात मुकम्मल, अभी मेरी बात मुकम्मल करो ना, मैं तुम्हें गलत बात नहीं कर रहा। तुम ना करो, माइक म्यूट कर दो, निकल जाओ। कुरान और हदीस से मिर्जा गुलाम अहमद कादियानी का दावा साबित कर दो। जो चोर की सजा वो मेरी जो कहोगे मैं मानूंगा, अहमदी हो जाऊंगा। जाओ करो साबित, किसी के अंदर जुर्रत है लेके उसको इस ग्राउंड में लेकर आना है। और भाई ईसा अलैहिस्सलाम, अच्छा सुनो मेरी बात, जो बंदा ये कहता है ईसा अलैहिस्सलाम फात पा चुकी है, वो ईसा अलैहिस्सलाम को नबी मानता है? क्या फर्क पड़ गया? क्या फर्क पड़ा? नबी तो वो है। जो बंदा ये कहे कि मिर्जा कादियानी की ज़िली बरूज़ी नबूवत जो है वो सुन लो, जो बंदा ये कहे कि मिर्जा गुलाम अहमद कादियानी ज़िली बरूज़ी नबी नहीं है, सारा प्रोग्राम मर जाएगा उसका। निकालो कुरान हदीस से ये दावा। ਪ੍ਰੋਗਰਾਮ ਤੇ ਤੁਹਾਡਾ ਵੀ ਵੜ ਜਾਂਦਾ ਜਦੋਂ ਸਾਬਤ ਨਹੀਂ ਹੁੰਦਾ। ਸਾਡਾ ਪ੍ਰੋਗਰਾਮ ਸਾਡੇ ਸਾਹਮਣੇ ਬੈਠੋ ਨਾ, ਤੁਸੀਂ ਆਪਣੀਆਂ ਝੁੱਗੀਆਂ ਦੇ ਵਿੱਚ, ਆਪਣੇ ਖੋਡਿਆਂ ਦੇ ਵਿੱਚ, ਕਸਾਈ ਦੇ ਫੱਟੇ ਥੱਲੇ ਵੜ ਕੇ, ਘਰ ਦੀ ਮੰਜੀ ਥੱਲੇ ਵੜ ਕੇ ਨਾ ਗੱਲਾਂ ਕਰੋ, ਸਾਹਮਣੇ ਬੈਠ ਕੇ ਗੱਲ ਕਰੋ। ਲੈ ਕੇ ਆ ਮੀਰ ਸਲੀਮ ਨੂੰ ਇੱਥੇ ਲੈ ਕੇ ਆ, ਰਜ਼ੀ ਨੂੰ ਇੱਥੇ ਲੈ ਕੇ ਆ, ਆਪਣੇ ਫੁਰਕਾਨ ਨੂੰ ਇੱਥੇ ਲੈ ਕੇ ਆ, ਜਿਹੜੀ ਦਿਲ ਕਰਦਾ ਉਹਨੂੰ ਤਹਿਰੀਰ ਪੜ੍ਹ। ਖੁਦਾ ਦੀ ਕਸਮ ਹੈ ਉਹ ਹਰਾਮਜ਼ਾਦਾ ਹੋਵੇ ਜਿਹੜਾ ਨੱਸ ਜਾਵੇ, ਲੈ ਕੇ ਆ ਉਹਨੂੰ ਇੱਥੇ। ਗੱਲਾਂ ਕਰਨੀਆਂ ਆਪਣੇ ਘਰ ਦੇ ਵਿੱਚ ਕੁੰਡੀ ਲਾ ਕੇ, ਅੰਦਰ ਵੜ ਕੇ, ਬਿਸਤਰਾ ਲੈ ਕੇ, ਕੰਬਲ ਲੈ ਕੇ, ਅੱਖਾਂ ਮੀਟ ਕੇ ਗੱਲ ਕਰਨੀ ਬੜੀ ਆਸਾਨ ਹੈ। ਸੀਕਰ ਬੈਠਾ ਸੀਗਾ ਨਾ ਸਾਹਮਣੇ, ਸੀਕਰ ਨੇ ਤੰਬੀ ਲਾ ਦਿੱਤੀ ਸੀ। ਉਹ ਸੀਕਰ ਨੇ ਤੰਬੀ ਲਾ ਦਿੱਤੀ ਸੀ ਕਿ ਤੁਸੀਂ ਯੂਨੀਵਰਸਿਟੀ ਦਾ ਬਹਾਨਾ ਬਣਾ ਕੇ ਨਿਕਲ ਗਏ ਸੀ ਉੱਥੋਂ। ਜਾ ਕੇ ਰਿਕਾਰਡਿੰਗ ਚੈੱਕ ਕਰੀ, ਗੱਲਾਂ ਕਰਕੇ ਨੱਸ ਗਿਆ ਸੀਗਾ। ਉਹ ਯਾਰ ਸਾਰੀਆਂ ਗੱਲਾਂ ਛੱਡ, ਮਿਰਜ਼ਾ ਗੁਲਾਮ ਅਹਿਮਦ ਕਾदियानी ਦੀ ਜ਼ਿਲੀ ਬਰੂਜ਼ੀ ਨਬੂਵਤ ਸਾਬਤ ਕਰ ਕੁਰਾਨ ਹਦੀਸ ਚੋਂ, ਕੱਢ ਆਇਤ, ਕੱਢ ਹਦੀਸ, ਕੱਢ ਜਾ ਕੋਈ ਜ਼ਈਫ ਹਦੀਸ ਲੈ ਆ ਜਾ। ਚਿਸ਼ਤੀ ਰਸੂਲullah ਜਿੱਥੇ ਲਿਖਿਆ ਇਹ ਸਾਬਤ ਕਰ ਕੁਰਾਨ ਚ ਕਿੱਥੇ ਲਿਖਿਆ? ਇਹਦਾ ਦਿਫਾ ਤਾਂ ਖੁਦ ਮਿਰਜ਼ਾ ਗੁਲਾਮ, ਇਹਦਾ ਦਿਫਾ ਤਾਂ ਖੁਦ ਮਿਰਜ਼ਾ ਸਾਹਿਬ ਨੇ ਕੀਤਾ ਹੈ। ਕੱਢਾ ਮੈਂ ਕੱਢਾ ਹਵਾਲਾ ਕੱਢਾ ਚਲੋ ਮੈਂ ਹਵਾਲਾ ਕੱਢਦਾ। ਲੋ ਜੀ ਮੈਂ ਹਵਾਲਾ ਕੱਢਣ ਲੱਗਾ, मैं हवाला कटने लगा मिर्जा साहब का। ले जी, इसने कहा कि चिश्ती रसूलुल्लाह क्या है और शिबली रसूलुल्लाह क्या है, इसका हवाला मैं। इसके बाद तुमने ज़िली बरूज़ी ने बहुत साबित करनी कुरान से। मैं तेनू कहा है कि तू रूहानी, मैं कहता हूँ रुक जाओ, मैं रूहानी के साथ बोलूंगा, मैं रूहानी के साथ बोलूंगा। ए मुड़ के कहते प्रवोक, ए साडी रेड लाइन है। मैं कहता हूँ मैं करदा रेड लाइन, मैं सारी लाइना क्रॉस करदा वां। इसने अभी सुन ले जी, अभी सुने जी हुसैनी साहब, अभी हवाला सुने। ये जी रूहानी खजाइन जिल्द नंबर 8, किताब का नाम है नूरुल हक अल हिस्सतुल ऊला लिखा हुआ है, शायद या ऊना लिखा हुआ है, सफ़ा नंबर 109 और 101। फरमाते हैं कि हाँ कि मैं खुदा के सिवा खुदा हूँ, सो ये शर्त मिन, एक मिनट यार मुझे सिर्फ एक 30 सेकंड का टाइम था, मैं ओरिजिनल किताब खोलने लगा हूँ। रूहानी खजाइन की जल्द नंबर 8 खोलता हूँ। अब इसका ये चिश्ती रसूलुल्लाह, शिबली रसूलुल्लाह, जिसने अपने आप को खुदा कहा, जिसने अपने आप को ये कहा कि मेरा नहीं तो जवाब मैं देना वा ऐसी दी तैसी ना दी ना दी ऐसी दी ਉਹ ਲੈ ਕੇ ਆਓ ਨਾ, ਉਹ ਮਾਂ ਦਾ ਲਾਲ ਲੈ ਕੇ, ਜਿਹੜੇ ਸਾਡੇ ਸਾਹਮਣੇ ਬੈਠੇ ਨਾ ਓਪਨ ਗਰਾਊਂਡ ਦੇ ਵਿੱਚ, ਆਪਣੇ ਝੁੱਗੀਆਂ 'ਚ ਵੜ ਕੇ ਤੁਸੀਂ ਬੈਠੇ ਹੋਏ, ਤੁਸੀਂ ਕਹਿੰਦੇ ਅਸੀਂ ਬੜੇ ਮੀਰ ਸਲੀਮ ਨੂੰ ਕਹੇ ਆਪਣੇ ਪਿਓ ਦਾ ਨਾ ਤੇ ਫਰਕਾਨ ਨੂੰ ਲੈ ਕੇ ਇੱਥੇ ਆ ਜਾਵੇ, ਖੁੱਲਾ ਟਾਈਮ ਦੇਵਾਂਗਾ ਉਹਨੂੰ, ਜੋ ਦਿਲ ਕਰਦਾ ਪੜੇ, ਸਾਹਮਣੇ ਬਹਿ ਕੇ ਪੜੇ ਨਾ। ਆਪਣੀਆਂ ਮੰਜੀਆਂ ਥੱਲੇ, ਕਸਾਈ ਦੇ ਫੱਟੇ ਥੱਲੇ ਵੜ ਕੇ ਤੁਸੀਂ ਉੱਥੇ ਜਾ ਕੇ ਭੌਂਕਦੇ ਹੋ ਨਬੀਆਂ ਦੇ ਉੱਤੇ, ਪੈਗੰਬਰਾਂ ਦੇ ਉੱਤੇ, ਸਾਡੇ ਸਾਹਮਣੇ ਕਿਉਂ ਨਹੀਂ ਬਹਿ ਕੇ ਇਬਾਰਤਾਂ ਪੜ੍ਹਦੇ? ਕਿੰਨੇ ਰੋਕਿਆ ਵਾ ਫਤਾਵਾ ਰਿਜ਼ਵੀਆ ਨਾ ਪੜ੍ਹੋ, ਕਿੰਨੇ ਰੋਕਿਆ ਵਾ ਸ਼ੀਆਂ ਦੀ ਕਿਤਾਬਾਂ ਨਾ ਪੜ੍ਹੋ? ਪੜ੍ਹੋ ਨਾ, ਸਾਡੇ ਸਾਹਮਣੇ ਪੜ੍ਹੋ। ਤੁਹਾਡੇ 'ਚ ਜੁਰਤ ਨਹੀਂ ਹੈ, ਤੁਸੀਂ ਸਿਰਫ ਨਬੀਆਂ ਤੋਂ, ਪੈਗੰਬਰਾਂ ਨੂੰ ਗਾਲਾਂ ਕੱਢਣੀਆਂ ਹੈ ਆਪਣੇ ਅਲਫਾਜ਼ਾਂ ਦੇ ਵਿੱਚ। ਤੁਹਾਡੇ ਵਿੱਚ ਜੁਰਤ ਨਹੀਂ ਹੈ ਇੰਨੀ ਕਿ ਤੁਸੀਂ ਕਿਸੇ ਦੇ ਸਾਹਮਣੇ ਬਹਿ ਕੇ ਗੱਲ ਕਰ ਸਕੋ। ਮੈਂ ਤਾਂ ਇੱਥੇ ਬੈਠਾ ਵਾ, ਲਾ ਇਲਾਹਾ ਇਲੱਲਾਹ ਮੁਹੰਮਦ ਸੱਲੱਲਾਹੁ ਹੁਸੈਨੀ ਸਾਹਿਬ ਇੱਥੇ ਬੈਠੇ ਨੇ, ਬਰਾਬਰੀ ਦਾ ਟਾਈਮ ਦੇਣ। ਅਗਰ 1 ਮਿੰਟ ਉਹਨੂੰ ਦਿੰਦਾ, 1 ਮਿੰਟ ਮੈਨੂੰ ਦੇਣ, ਗੱਲ ਕਰੋ ਨਾ। ਡਰਾਮੇਬਾਜ਼ੀਆਂ ਨਹੀਂ। 1 ਮਿੰਟ ਰੇਲ ਸਾਹਿਬ, ਮੇਰਾ ਤੁਹਾਡੇ ਨਾਲ ਕੋਈ ਨਹੀਂ ਹੈ, ਮੈਨੂੰ ਸਿਰਫ ਇੱਕ ਰੈਫਰੈਂਸ ਪੜ੍ਹਨ ਦਿਓ, ਉਸ ਤੋਂ ਬਾਅਦ ਮੈਂ ਚਿਸ਼ਤੀ ਰਸੂਲੁल्लाह ਤੇ शिबली रसूलुल्लाह ਦਾ ਜਵਾਬ ਦੇਣ ਲੱਗਾ। ਕੋਈ ਗਾਲੀ ਨਹੀਂ ਮੈਂ ਦਿੱਤੀ, ਮੈਂ ਇੱਕ गाल नहीं मिर्जा साहब ने दी। झूठ जारी रखो, झूठ जारी रखो। हाँ जारी मैं रखता, ये झूठ पढ़ने लगा हूँ। अब ये इसको कहना ये झूठ है, अब मैं झूठ पढ़ने लगा हूँ, अब तुम इसको झूठ कहना। मिर्ज़ा साहब कहते हैं, ईसाई कहते हैं कि ईसा खुदा का बेटा है, खुदा बेटों से पाक है, बल्कि ये इज़्ज़तदार बंदे हैं, और जो उनमें से ये कहे कि बदू खुदा के मैं भी खुदा हूँ, सो ऐसे शख्स की सज़ा जहन्नम होगी।
اور اسی طرح ہم ظالموں کو سزا دیا کرتے ہیں. اور قرآن نے، یہ مائک بند کر لو ذرا ریل صاحب، اور قرآن میں، ریل صاحب مائک بند کر لو مہربانی. اور قرآن نے جو ظالمین کے لفظ کے ساتھ من دون ہی کی شرط لگا دی ہے اور کہا ہے کہ جو شخص یہ کہے کہ میں خدا کے سوا خدا ہوں، سو یہ شرط من دون ہی کی یعنی سوا کے اس واسطے لگائی ہے تا ان لوگوں کو جو ظالم ہونے سے مستثنا رکھے. استثناء دیتا ہے مرزا صاحب نے کچھ لوگوں کو، کنہوں دیتا ہے آگے جا کے پڑھ دے. کہتی ہیں کہ جن کے دلوں کو ان کے دوست حقیقی نے اپنی طرف کھینچ لیا اور ان کے دلوں میں بے قراریاں پیدا کر دیں، یہاں تک کہ ان کے دلوں پر محویت اور سکر اور عاشقوں ساتھ جنون آ گیا، سو فنا نظری کی حالت اور جذب سماوی کے وقت میں ان کے منہ سے کچھ ایسی باتیں نکل گئیں اور بعض واردات ان پر ایسے وارد ہوئے کہ وہ عشق کی مستی سے بے ہوشوں کی طرح ہو گئے. سو بعض نے اس مستی کی حالت میں کہا کہ میرے جبہ میں خدا ہی ہے اور کوئی نہیں، اور بعض نے کہا کہ میرا یہ ہاتھ خدا کا ہاتھ ہے، اور بعض نے کہا کہ میں ہی وجہ اللہ ہوں جس کی طرف تم نے منہ کیا، اور میں ہی جنب اللہ ہوں جس کے حق میں تم نے تقصیر کی، اور بعض نے کہا کہ میں ہی کہتا ہوں اور میں ہی سنتا ہوں اور میرے سوا اور گھر میں کون ہے، اور بعض نے کہا کہ میں ہی حق ہوں. سو یہ تمام لوگ مرفوع قلم ہیں. وڑ گیا یہ پروگرام تہاڈا، چشتی رسول اللہ، شبلی رسول اللہ، ادھر آؤ سامنے بیٹھو. مرزا صاحب کہتے ہیں یہ تمام کے تمام لوگ جنہوں نے خدا کے عشق میں، محویت میں آ کر، خدا کے عشق میں آ کر ایسی باتیں کہہ دیں کہ ان کے زبان سے یہ تک نکل گیا کہ میں ہی خدا ہوں، یہ سارے کے سارے خدا کے عشق میں چونکہ انہوں نے یہ باتیں کی ہیں، یہ مرفوع قلم ہے. اور آگے سنیں. اور بعض نے کہا کیونکہ وہ کمال محویت سے بولے، نارونت اور تکبر سے، انت بمنی بمنزلتی اولاد ہی نہیں کہا انہوں نے کہا، اور شراب عشق کے نشہ اور دوست برگزیدہ کے جذبات نے ان کو گھیر لیا. سو یہ آوازیں فنا کی کھڑکی سے نکلی ہیں. پڑھو جا کے چشتی رسول اللہ. میں وہ دفاع کوئی نہیں کیتا، میں صرف یہ کہنا کہ لکھا ہے کہ جذب دے وچ حال تے جذب چاہ کے انہوں نے یہ گل کی ہے، لکھا لفظ. مرزا صاحب دفاع کر دینے. اور نارونت اور تکبر سے اور شراب عشق کے نشہ اور دوست برگزیدہ کے جذبات نے ان کو گھیر لیا. سو یہ آوازیں فنا کی کھڑکی سے نکلی، نہ تکبر کے بالا خانہ سے، اور دون اللہ کی طرف انہوں نے قدم نہیں اٹھایا بلکہ حضرت کبریا میں فنا ہو گئے. سو کچھ شک نہیں کہ ان پر ان کلمات سے کوئی ملامت نہیں ہے. مرزا صاحب نے فتویٰ دے دیتا ہے. کرو ادھر آ کے میرے سامنے چشتی رسول اللہ، ادھر آ کے میرے سامنے بہت ذرا. مرزا صاحب کہندے نے کہ انہاں دے اتے کوئی کسی قسم دی تسی گل نہیں کرنی، اور جو لوگ اس طرح کی باتیں کرتے ہیں ان کے بارے میں مرزا صاحب کیا کہتے ہیں اب سننا ذرا. اور ان کے ان کلمات کی پیروی جائز نہیں، ہم بھی یہی کہتے ہیں، اور نہ یہ روا ہے کہ ان کے مرزا صاحب دے فتوے دے نال کچھ لوگ بری ہو گئے نے. بات آخری بس حسین صاحب 2 لائنیں رہ گئی ہیں. ہاں جی 2 لائنیں بس رہ گئی، مکمل کر لینا. اور ان کے ان کلمات کی پیروی جائز نہیں، اور نہ یہ روا ہے کہ ان کی مشابہت کی خواہش کی جائے، بلکہ یہ ایسے کلمات ہیں کہ لپیٹنے کے لائق ہیں، نہ اظہار کے لائق. اور خدا تعالیٰ انہی سے مواخذہ کرتا ہے جو عمدن چلاکی سے ایسے کلمے منہ پر لاویں. چلاکیاں نہ کرو منصور صاحب. تواڈے مرزا صاحب کہندے نے کہ تسی چلاک نہ بنو، انہاں دی انہاں گلاں دی پیروی نہ کرو، مرفوع قلم لوگ سی. اب یہاں میں تم میں سے بھی کوئی آ کے کہہ دے کہ مرزا صاحب نے جو کہا کہ انتا منی بمنزلۃ اولاد ہی وہ مرفوع قلم تھے، ہم بھی کہیں گے ٹھیک ہے. جو شخص مرفوع قلم ہے اس کے اوپر اگر کسی نے یہ بات، میں اس کلمے کے اوپر آج بھی کہتا ہوں، جو اس کو مانتا ہے، جو پڑھتا ہے، جو پڑھاتا ہے، وہ لعنتی ہے، خنزیر ہے، کافر ہے، دائرہ اسلام سے خارج ہے. لیکن اگر کسی انسان نے تحریر پڑھی ہے، جی ختم تے ہن کر ہی چکے ہو شاید، جی بالکل، وہ دی روح نال مرزا صاحب دے فتوے نال کچھ لوگ بری ہو گئے نے ایسے الزامات تو جڑے انہاں دے اوتے نویں کلمہ پڑھان دے. یہ ٹھیک ہے نہیں، وہ تو ثانی صاحب اللہ کے نبی کی حدیث بھی ہے نا کہ اگر کوئی انسان، اچھا نہیں مرزا صاحب کی جڑا فتویٰ ہے وہ نہیں کم کرے گا، حدیث کی طرف جانا پڑے گا. وہ تو ثانی صاحب میں نے منصور کو جواب دیا نا، آپ سے تو میں اس پہ بات نہیں کر رہا. وہ تو چشتی رسول اللہ والا معاملہ وہ لے کر آئے، آپ سے تو نہیں میں اس میں کر رہا تھا. وہ تو وہ آ کے مجھے
کتابوں کا سنا رہا تھا، تو میں نے کہا چلو یہ تو جو تم بات کر رہے ہو تو تمہارے اپنے گھر میں اصول ہے، پہلے اس کی بات کرو۔ مخالف کو تو دلیل اس کے گھر سے دی جاتی نا حسین صاحب۔ آپ کریں بات۔ حسین صاحب کریں بات، آپ، میں سن رہا ہوں، آپ کریں بات۔ میں نے کہا اگر کوئی تحریر مرزا صاحب کی کسی سچویشن کو سالو کر دیتی ہے، اس کے ذریعے سے ایسے لوگ جو منہ سے ایسا کلمہ نکال دیتے ہیں جس پر اعتراض ہو، جیسے شبلی رسول اللہ اور چشتی رسول اللہ وغیرہ، تو اس کا مطلب یہ ہوا کہ مرزا صاحب کے کلام میں ایسی تحریرات موجود ہیں جس سے بعد بگڑی ہوئی چیزوں کو ہم ٹھیک کر سکتے ہیں۔ اس میں ایک چیز ہے حسین صاحب، جو بات مرزا صاحب نے کی ہے نا کہ وہ لوگ، ان کے منہ سے جو بھی بات نکلی وہ حالت جذب میں نکلی، تو مرفوع القلم۔ اب اللہ کے نبی کی حدیث ہے کہ 3 لوگوں کے اوپر شریعت کا جو حد ہے نا وہ نہیں لگتی، ایک سوئے ہوئے شخص پہ، دوسرا نابالغ بچے پہ، تیسرا مجنون پہ جو جنون کے اندر ہے۔ اگر تو کسی نے یہ کلمات اس صورت میں اس کے منہ سے جاری ہوئے کہ وہ حالت جنون، میں دیکھیں حسین صاحب میں موجود نہیں تھا، اس کتاب کی میں پیروی کوئی نہیں کرتا، نہ میں اس چیز کو مانتا ہوں۔ اگر کوئی شخص کے منہ سے یہ بات اس حالت میں جاری ہوئی کہ وہ حالت جنون میں تھا، تو اس کے اوپر اللہ کے نبی کی حدیث کے مطابق مرزا صاحب یہ بات نہ بھی کرتے نا، کیونکہ وہ منصور صاحب جو مخاطب تھے، تو ظاہری بات ہے مرزا صاحب کی تحریر پڑھ کے کسی کو اس سے بری کر دینا، ایسا لگتا ہے مرزا صاحب نے کوئی ایسی بات لکھی ہے جس سے بات کلیئر ہو جاتی ہے۔ 2 چیزوں کے اوپر، کسی چیز کے اوپر 2 مخالف جماعتوں کا متفق ہونا، یہ تو قرآن سے بھی ثابت ہے۔ اگر کوئی انسان یہ کہتا ہے کہ انسان کے اوپر اگر حالت جنون میں اس سے کوئی عمل سرزد ہو جائے تو اس کے اوپر شریعت نافذ نہیں ہوتی، شریعت کی حد نہیں لگتی، اگر یہ بات مرزا صاحب کہیں گے تو ہم اس کے ساتھ ایگری ہوں گے، ایگری، کیونکہ ہماری حدیث میں بھی یہ بات موجود ہے۔ میرا مقصد یہ ہے کہ مرزا صاحب کی تحریر میں کوئی ایسی بات موجود ہے جس سے بعد لوگوں کی بریت ہو جاتی ہے، یا نہیں ہے اور اس کی ضرورت ہی نہیں ہے۔ میں اگر یہی بات حدیث سناتا نا، حدیث رسول صلی اللہ علیہ وآلہ وسلم، تو مجھے نہیں علم تھا، کیونکہ یہ نہیں مانتے، جب ہم حدیث رکھتے ہیں یہی مانتے ہیں۔ میں نے مرزا صاحب کو کال کیا کہ وہ میرا مخالف ہے، اس سے گھر سے پیش کر دیا۔ لائف صاحب تسی اتنے آ جاؤ، مولوی فس گیا، تمہیں میں پسانا وا، اتنے آ جاؤ نا تسی۔ جی وہ نیچے ایک لائف صاحب لکھ رہے ہیں کہ مولوی پھنس گیا، میں کہا تسی اتنے آ کے تسی بھی مجھے پھسا لو۔ نہیں یہ تو ہے۔ بندے
ਜਮੀਲ ਸਾਹਿਬ ਆਪਣਾ ਸੌਰੀ ਅਦਰੀਸ ਸਾਹਿਬ ਤੇ ਟਰੂ ਮੁਸਲਿਮ ਸਾਹਿਬ ਆਏ ਨੇ। ਹਾਂਜੀ, ਨਾ ਨਵੇਂ ਗੱਲ ਕਰੋ, ਕਾਹਦੀ ਗੱਲ ਕਰਨੀ ਹੈ? ਕੋਈ ਗੱਲ ਕਰ ਲੋ। ਤੇਰੇ ਕੋਲ ਇਲਮ ਜ਼ਿਆਦਾ, ਤੂੰ ਕਰ ਸਕੋ ਗੱਲ। ਇਲਮ ਸਿਰਫ ਅੱਲਾਹ ਤਾਲਾ ਕੋਲ ਆ। ਤੂੰ ਜਿਹੜਾ ਵਾਲ ਕੱਢਣਾ ਹੁੰਦਾ ਕੱਢ ਲਿਆ ਕਰ ਆਪਣੇ ਭੈਣ ਭਰਾਵਾਂ ਨਾਲ ਜਿਹੜੇ ਉੱਤੇ ਆਉਂਦੇ ਨੇ। ਆਹੀ ਤੇ ਨਾ ਸਾਨੂੰ ਤਾਂ ਫਾਲੋ ਕਰਨਾ, ਨਾ ਤਾਂ ਸਾਨੂੰ ਸਮਝਣਾ ਕੁਛ। ਅਸੀਂ ਮੁਸਲਮਾਨਾਂ ਨਾਲ ਕੀ ਗੱਲ ਕਰੀਏ? ਤੁਸੀਂ ਅਦਰੀਸ ਸਾਹਿਬ ਕਰੋ ਗੱਲ, ਤੁਹਾਡੀ ਗੱਲ ਸੁਣਾਗਾ, ਕਿਉਂ ਨਹੀਂ ਗੱਲ ਸੁਣ? ਤੁਹਾਡੀ ਗੱਲ ਠੀਕ ਹੋਏਗੀ, ਮੈਂ ਕਿਉਂ ਇਨਕਾਰ ਕਰਾਂਗਾ? ਬਸ ਗੱਲ ਫਿਰ ਸਾਡੀ ਤੇ ਇੱਕੋ ਹੀ ਆ। ਹੁਕਮ ਕਰਤਾ ਮਾਮ ਆਇਆ ਵਾ ਆਦਮ ਸਲਮ ਦੇ ਹੁਕਮ ਦੇ ਮੁਤਾਬਕ, ਉਹਨਾਂ ਦੀ ਪੇਸ਼ਵਾਈਆਂ ਦੇ ਮੁਤਾਬਕ ਉਹਨੇ ਮੰਨੋ, ਦਲੀਲਾਂ ਨਾ ਮੰਗੋ ਕਿ ਕਿੱਦਾਂ ਸੱਚਾ ਕੀ ਆ। ਬਗੈਰ ਦਲੀਲ ਤੋਂ ਨਹੀਂ ਕਾਮਯਾਬ ਹੋਇਆ। ਅਦਰੀਸ ਸਾਹਿਬ ਮੈਨੂੰ ਇੱਕ ਗੱਲ ਦੱਸੋ, ਕੁਰਾਨ ਕੀ ਕਹਿੰਦਾ ਹੈ ਕਿ ਕਿਸੇ ਚੀਜ਼ ਨੂੰ ਦਲੀਲ ਨਾਲ ਮੰਨਣਾ ਚਾਹੀਦਾ ਜਾਂ ਬਗੈਰ ਦਲੀਲ ਤੋਂ ਮੰਨਣਾ ਚਾਹੀਦਾ? ਇਹ ਜਿਹੜੇ ਕੁਰਾਨ ਤੋਂ ਪਹਿਲਾਂ ਨਬੀ ਆਏ ਸੀ ਉਹ ਕਿਹੜੇ ਕੁਰਾਨ ਨਾਲ ਬਣਾਉਂਦੇ ਸੀ? ਉਹ ਉਹਨਾਂ ਦੀ ਆਪਣੀ ਤਾਲੀਮਾਤ ਦੇ ਮੁਤਾਬਕ। ਬਸ ਮੇਰੇ ਵੀ ਉਸੇ ਤਾਲੀਮ ਦੇ ਮੁਤਾਬਕ ਹੀ ਆਪਣੇ ਆਪ ਨੂੰ ਬਣਾਓ। ਨਹੀਂ ਤੁਸੀਂ ਰਸੂਲੁੱਲਾਹ ਦੀ ਗੱਲ ਕੀਤੀ ਨਾ, ਮੈਂ ਦੱਸਦਾ। ਤੁਸੀਂ ਰਸੂਲੁੱਲਾਹ ਦੀ ਗੱਲ ਕੀਤੀ, ਪਹਿਲੇ ਨਬੀਆਂ ਦੀ ਗੱਲ ਕਰ ਰਹੇ ਹੋ। ਨਹੀਂ ਪੇਸ਼ ਕੋਈ ਕਿਹਦੀ ਸਮੇਤ ਪੇਸ਼ ਕੋਈ ਕਿਹਦੀ ਕਹਿੰਦੇ ਹੈ? ਰਸੂਲੁੱਲਾਹ ਦੀ ਕਿ ਪਹਿਲੇ ਨਬੀ? ਸੱਲਮ ਸਮੇਤ ਜਿੰਨੇ ਵੀ ਨਬੀ ਆਏ ਨੇ ਉਹ ਕੋਈ ਕੁਰਾਨ ਮਜੀਦ ਤੋਂ ਦਲੀਲ ਨਹੀਂ ਸੀ ਪੇਸ਼ ਕਰਦੇ। ਉਹਨਾਂ ਦੇ ਦੌਰ 'ਚ ਜ਼ਾਹਿਰ ਬਾਤ ਹੈ ਤੇ ਮੰਨਦੇ ਸੀ। ਉਹਨਾਂ ਦੇ ਦੌਰ ਦੇ ਵਿੱਚ ਤੇ ਉਹਨਾਂ ਦੀਆਂ ਕਿਤਾਬਾਂ ਸੀ ਨਾ? ਨਹੀਂ ਸੀ ਹੈਗੀਆਂ ਕਿਤਾਬਾਂ, ਕੋਈ ਵੀ ਨਹੀਂ ਸੀ ਕਿਤਾਬਾਂ ਹੈ ਨਾ ਉਹਦਾ ਪ੍ਰੈਸ ਸੀ, ਨਾ ਉਹਦਾ ਕਿਤਾਬਾਂ ਲਿਖੀਆਂ ਜਾਂਦੀਆਂ ਸੀ, ਕੁਛ ਵੀ ਨਹੀਂ ਸੀ। ਮਿਰਜ਼ਾ ਸਾਹਿਬ ਰਸੂਲੁੱਲਾਹ ਦੀ ਪੇਸ਼ਗੋਈ ਦੇ ਤਹਿਤ ਆਏ ਨੇ। ਹਾਂਜੀ। ਤੇ ਰਸੂਲੁੱਲਾਹ ਦੀ ਤਾਲੀਮ ਕੁਰਾਨ ਹੈ। ਹਾਂਜੀ। ਤੇ ਕੁਰਾਨ ਦੇ ਵਿੱਚ ਹੈ ਕੋਈ ਉਹਨਾਂ ਦੇ ਦਾਅਵੇ ਦੀ ਦਲੀਲ? ਮੈਂ ਉਹੀ ਕਹਿ ਰਿਹਾ ਨਾ ਕਿ ਨਬੀ ਕੋਲੋਂ ਦਾਅਵੇ ਦੀ ਦਲੀਲ ਨਹੀਂ ਪੁੱਛੀ ਜਾਂਦੀ। ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾਅਵੇ ਦੀ ਕੀ ਦਲੀਲ ਸੀ? ਤੇ ਬਹਾਉल्लाह को पूछनी चाहिए ये जंबा साहब को? सल्लल्लाहु अलैहि वसल्लम ਦੇ ਕੋਲ ਦਾਅਵੇ ਦੀ ਕੀ ਦਲੀਲ ਸੀ? ਉਹਨਾਂ ਨੇ ਤਾਂ ਕੁਰਾਨ 'ਚ ਲਿਖਿਆ ਹੈ। ਉਹਨਾਂ ਨੇ ਆਪਣੇ ਅਲੈਹਿਸਲਾਮ ਕੋਲ ਦਾਅਵੇ ਦੀ ਕੀ ਦਲੀਲ ਸੀ? ਮੈਂ ਈਸਾ ਅਲੈਹਿਸਲਾਮ ਕੋਲ ਦਾਅਵੇ ਦੀ ਕੀ ਦਲੀਲ ਸੀ? ਮੈਂ ਦੱਸ ਦਿੰਦਾ ਨਾ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਸਭ ਤੋਂ ਪਹਿਲਾਂ ਆਪਣਾ ਕਿਰਦਾਰ ਪੇਸ਼ ਕੀਤਾ ਆਪਣੀ ਕੌਮ ਦੇ ਅੱਗੇ। ਇਹ ਮਿਰਜ਼ਾ ਸਾਹਿਬ ਨੇ ਕੀਤਾ। ਮਿਰਜ਼ਾ ਸਾਹਿਬ ਨੇ ਕੀ ਕਿਰਦਾਰ ਪੇਸ਼ ਕੀਤਾ? ਮਿਰਜ਼ਾ ਸਾਹਿਬ ਦੇ ਦਾਅਵੇ ਤੋਂ ਪਹਿਲਾਂ ਦੀ ਜ਼ਿੰਦਗੀ ਦੇ ਉੱਤੇ ਇਤਰਾਜ਼ਾਤ ਹੋ ਗਏ। ਅੱਜ ਤੋਂ 100 ਸਾਲ ਪਹਿਲੇ ਤਾਂ ਕਿਸੇ ਨੂੰ ਇਤਰਾਜ਼ ਨਹੀਂ ਸੀ ਹੈਗਾ। ਕਿਉਂ ਨਹੀਂ ਸੀ ਹੈ? ਨਾ ਕਿਸੇ ਨੂੰ ਵੀ ਨਹੀਂ ਹੈਗਾ। ਉਸੇ ਦੌਰ 'ਚ ਕੀਤਾ ਇਤਰਾਜ਼। ਅਗਰ ਉਸ ਦੌਰ 'ਚ ਕੀਤਾ ਹੁੰਦਾ ਤੇ ਅੱਜ ਤੱਕ ਐਡੀ ਜਮਾਤ ਫੈਲਦੀ ਨਾ ਜਿੰਨੀ ਹੁਣ ਫੈਲੀ ਹੋਈ ਯਾਰ। ਦੇ ਪਿੱਛੇ ਹੋ ਜਾਣਾ ਸੀ ਲੋਕਾਂ ਨੇ। ਉਹ ਬਈ ਇਹ ਤੁਹਾਨੂੰ ਸਭ ਤੋਂ ਵੱਡਾ ਟੀਕਾ ਲਾਇਆ ਹੈ ਇਹਨਾਂ ਲੋਕਾਂ ਨੇ। ਨਾ ਸਾਨੂੰ ਕੋਈ ਟੀਕਾ ਨਹੀਂ ਲਾਇਆ ਹੈਗਾ। ਸਾਨੂੰ ਇਹ ਕਿਸੇ ਚੀਜ਼ ਦਾ ਫੈਲਣਾ। ਸੁਣ ਲਓ ਬਲਾਲ ਸਾਹਿਬ, ਸਾਨੂੰ ਟੀਕਾ ਤਾਂ ਲੱਗਦਾ ਜੇ ਸਾਨੂੰ ਕੋਈ ਦੁਨਿਆਵੀ ਮੁਫਾਦ ਉਹਨਾਂ ਤੋਂ ਮਿਲਦਾ। मैं बताता हूँ ना लगी होती है तो भाई, सुन ले, ये भी कोई ज़रूरी नहीं है कि किसी इंसान को दुनियावी मफाद ही कोई लगा हो। तो जो अकीदत होती है ना, टीका कहते हैं जो तुम्हारी अंदर जाए उसको। मैं बता देता हूँ, जड़ी अन्नी अकीदत होती है ना, ना टीका किसको कहते हैं? पहले ये मैं हुसैन साहब आप मौजूद हैं? जो कोई दवाई किसी के अंदर भेजता है, कोई लालच देता है। मैं बता देता हूँ किस चीज़ का लालच दिया गया, मैं बता देता हूँ। हुसैन साहब आप मौजूद हैं? हाँ जी। हुसैन साहब, मैं जब जॉब करता था ना पुलिस में, तो मेरी जो पहली पोस्टिंग हुई थी वो जाने में हुई थी। 1 सेकंड हुसैन साहब, मेरी पहली यार एक मिनट रुक जाओ ना। केड़ा मसला अटक गया है वो पहला मसला हल कर लईए। चलो करो। ये मसला की है, ये ਤੁਹਾਡਾ ਸਵਾਲ ਹੈ ਕਿ ਸਾਨੂੰ ਕੋਈ ਲਾਲਚ ਦਿੱਤਾ ਗਿਆ ਕਿ ਮਿਰਜ਼ਾ ਸਾਹਿਬ ਨੂੰ ਮੰਨਿਆ ਦਾ। ਉਹ ਕਹਿੰਦਾ ਤੁਹਾਨੂੰ ਟੀਕਾ ਲਾਇਆ ਗਿਆ ਵਾ ਤਾਂ ਤੁਸੀਂ ਮੰਨਿਆ ਮਿਰਜ਼ਾ ਸਾਹਿਬ ਨੂੰ। ਨਹੀਂ, ਤੁਹਾਡੀ ਆਪਣੀ ਮਰਜ਼ੀ ਹੈ ਮੰਨਣ ਦੀ, ਤੁਹਾਨੂੰ ਕੋਈ ਮਜਬੂਰ ਨਹੀਂ ਕਰਦਾ। ਠੀਕ ਹੈ। ਨਹੀਂ, ਉਹ ਕਹਿੰਦਾ ਨਹੀਂ ਤੁਹਾਨੂੰ ਟੀਕਾ ਲਾਇਆ ਗਿਆ ਵਾ, ਤੁਸੀਂ ਮਜਬੂਰ। ਮੈਂ ਗੱਲ ਨਹੀਂ ਕੀਤੀ ਦਰੀਸ ਸਾਹਿਬ, ਮੈਂ ਕਹਿ ਰਿਹਾ ਨਾ ਮੁਕਰਨਾ ਆਪਣੀ ਗੱਲ ਤੋਂ। ਉਹ ਸੁਣ ਲਓ ਨਾ, ਹੁਣ ਗੱਲ ਵੀ ਸੁਣ ਲਓ ਨਾ, ਉਹ ਗੱਲ ਤਾਂ ਸੁਣੋ। ਮੈਂ ਕਿਹਾ ਜਦ ਤੁਸੀਂ ਬਾਰ-ਬਾਰ ਇਹ ਦਲੀਲ ਰੱਖਦੇ ਹੋ ਨਾ ਸਾਡੇ ਅੱਗੇ ਕਿ ਸਾਡੀ ਜਮਾਤ ਫੈਲ ਗਈ। ਹਾਂਜੀ। ਪਹਿਲੀ ਤਾਂ ਗੱਲ ਇਹ ਆ ਕਿ ਇਹ ਕਿਸੇ ਚੀਜ਼ ਦਾ ਫੈਲਣਾ, ਕਿਸੇ ਜਮਾਤ ਦਾ ਫੈਲਣਾ ਜਾਂ ਸੁਕੜਨਾ,
कोई दलील नहीं ਉਹਦੀ ਇਹਦਾ ਸੱਚਾਈ ਗਰਮੀ ਨਾਲ ਤਾਲੁਕ ਹੈ। ਅਗਰ ਗਰਮੀ ਹੋਏਗੀ ਚੀਜ਼ਾਂ ਇਹੋ ਗੱਲ ਹੈ ਦੁਨੀਆ ਦੇ ਅੰਦਰ अगर किसी चीज दे सल्लल्लाहु अलैहि वसल्लम बिल्कुल गलत सन क्योंकि इस्लाम फैल गया ये कोई सबूत नहीं अदरी साहब रसूलुल्लाह दे बारे लफ्ज ना बोलो रसूलुल्लाह ने गल नहीं की रसूलुल्लाह सल्लल्लाहु अलैहि वसल्लम दी सच्चाई दा कोई सबूत नहीं की आख्या उन्होंने की आख्या कोई नहीं 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 कुरान ते कहंदा वा कि बड़े थोड़े ने जो शुक्र करने वाले ने तुसी पता नहीं किहड़ा कुरान पढ़दे रहे ਤੁਹਾਨੂੰ ਇਸ ਗੱਲ ਦੀ ਵੀ ਅਕਲ ਨਹੀਂ ਹੈ ਕਿ ਤੁਸੀਂ ਰਸੂਲੁल्लाह ਦੇ ਬਾਰੇ ਕੋਈ ਵੀ ਗੱਲ ਮੂੰਹ ਚੁੱਕ ਕੇ ਕਰ ਦਿੰਦੇ ਹੋ ਮੈਂ ਤਾਂ ਕੁਰਾਨ ਦੀ ਗੱਲ ਹੀ ਨਹੀਂ ਕੀਤੀ ਦਲੀਲ ਕਿੱਥੋਂ ਲੈਂਦੇ ਹੋ ਤੁਸੀਂ कुरान करीम की दलील है अवलम यरो अन्ना नातिल अर्ज़ा ननकुसुहा मिन अतराफिहा अफहुमुल गालिबून क्या तुसी देखते नहीं कि तुहाडी ज़मीन असी किनारियां तो कटा रहे हैं हाँ जी ते फिर भी तुसी गल पावोगे ये है असल दलील कुरान करीम दी और ज़मीन तो घटाउण तो की मुराद है ये भी जरा वादे कर दियो हाँ ये लबो पे हुन की घटाउण तो मुराद है करो इत्थे हुन जी जी ਜ਼ਮੀਨ ਦੇ ਕਿਨਾਰਿਆਂ ਤੇ ਜਿਹੜੀ ਘਟਾਈ ਜਾ ਰਹੀ ਆ ਦੋ ਗਰੁੱਪਾਂ ਦੇ ਵਿੱਚ ਮੁਕਾਬਲੇ ਨੇ ਨਾ ਇੱਕ ਗਰੁੱਪ ਦੀ ਤਬਲੀਗ ਘੱਟ ਹੈ ਉਹਦੇ ਤਬਲੀਗ ਦੇ ਨਾਲ ਲੋਕ ਬਾਹਰੋਂ ਆ ਕੇ ਸ਼ਾਮਲ ਨਹੀਂ ਹੋ ਰਹੇ ਔਰ ਇੱਕ ਵਿੱਚ ਤਬਲੀਗ ਦੇ ਨਾਲ ਜ਼ਿਆਦਾ ਲੋਕ ਸ਼ਾਮਲ ਹੋ ਰਹੇ ਨੇ ਹਾਂਜੀ ਇੱਕ ਗਰੁੱਪ ਦੇ ਜ਼ਿਆਦਾ ਬੱਚੇ ਪੈਦਾ ਨਹੀਂ ਹੋ ਰਹੇ ਇੱਕ ਦੇ ਜ਼ਿਆਦਾ ਬੱਚੇ ਪੈਦਾ ਹੋ ਰਹੇ ਨੇ ਇੱਕ ਦੇ ਵਿੱਚ ਫਤਹ ਹੋ ਕੇ ਜ਼ਿਆਦਾ ਜ਼ਮੀਨ ਉਹਨੂੰ ਹਾਸਲ ਹੋ ਰਹੀ ਹੈ ਔਰ ਇੱਕ ਨੂੰ ਜ਼ਮੀਨ ਹਾਸਲ ਨਹੀਂ ਹੋ ਰਹੀ ਉਹਦੀ ਜ਼ਮੀਨ ਘਟ ਰਹੀ ਹੈ ਇੱਕ ਦੀ ਜ਼ਮੀਨ ਵੱਧ ਉਹਨੂੰ ਜ਼ਿਆਦਾ ਜ਼ਮੀਨਾਂ ਖਰੀਦ ਰਹੇ ਨੇ ਜਾਂ ਜ਼ਿਆਦਾ ਜ਼ਮੀਨਾਂ ਫਤਹ ਕਰ ਰਹੇ ਨੇ ਤੇ ਉਹ ਉਹਨਾਂ ਦੀ ਤਰੱਕੀ ਦੀ ਮਿਸਾਲ ਹੋਏਗੀ ਮਸਲਨ ਕਿ ਜਿਹਨੇ ਸ਼ੁਰੂ ਕੀਤਾ ਹੈ 1 ਏਕੜ ਜ਼ਮੀਨ ਤੋਂ ਫਿਰ 50 ਏਕੜ ਹੋ ਗਈ 100 ਏਕੜ ਹੋ ਗਈ 200 ਏਕੜ ਹੋ ਗਈ 500 ਏਕੜ ਹੋ ਗਈ 5000 ਏਕੜ ਹੋ ਗਈ ਇਹਦਾ ਮਤਲਬ ਵੱਧ ਰਹੀ ਹੈ ਜ਼ਮੀਨ ਤੇ ਬੰਦੇ 1-2 ਤੋਂ ਸ਼ੁਰੂ ਕੀਤਾ 50 ਬੰਦੇ ਹੋ ਗਏ 75 ਹੋ ਗਏ 85 ਹੋ ਗਏ 200 500 5000 5 ਲੱਖ ਤੇ ਵੱਧ ਰਿਹਾ ਕੰਮ ਬੱਚੇ ਜ਼ਿਆਦਾ ਪੈਦਾ ਹੋ ਰਹੇ ਨੇ ਇਹ ਹੈ ਲੇਕਿਨ ਇਹਦੇ 'ਚ ਵੀ ਇਹ ਹੁੰਦਾ ਹੈ ਕਿ ਕਿਸੇ ਜਗ੍ਹਾ ਆ ਕੇ ਰੁਕ ਵੀ ਜਾਂਦਾ ਮਤਲਬ ਸ਼ੁਰੂ ਵਿੱਚ ਇੱਕ ਵਾਰੀ ਵੱਧਦਾ ਹੈ ਲੇਕਿਨ ਉਸ ਵਧੇ ਦੇ ਉੱਤੇ ਹੀ ਪੁਰਾਣੇ ਨਾਰੇ ਲਾਈ ਜਾਓ ਤੇ ਲਾਈ ਜਾਓ ਅੱਗੇ ਨਹੀਂ ਵੱਧ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਲੋਕ ਗਰੁੱਪਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਬਿਲਕੁਲ ਸਹੀ ਹੈ ਕਿਆ ਹੁਣ ਜਮਾਤ ਸਾਹਿਬ ਦੀ ਤਰੱਕੀ ਨਹੀਂ ਕਰ ਰਹੀ ਕਿ ਕਿੱਥੇ ਪਹਿਲੇ ਜਲਸੇ ਦੇ ਵਿੱਚ 75 ਬੰਦੇ ਸਨ ਤੇ ਉਹਦੇ ਬਾਅਦ ਤਰੱਕੀ ਇੱਕ ਲਿਹਾਜ਼ ਨਾਲ ਜਮਾਤ ਨੇ ਬਹੁਤ ਤਰੱਕੀ ਕੀਤੀ ਹੈ ਪਹਿਲੇ ਜਲਸੇ ਦੇ ਵਿੱਚ 75 ਆਦਮੀ ਆਏ ਹਾਂਜੀ ਫਿਰ ਜਲਸਿਆਂ ਦੇ ਵਿੱਚ ਵੱਧਦੇ ਹੁਣ 50000 ਜਾਂ 30000 ਦੇ ਕਰੀਬ ਚਲੇ ਗਏ ਨੇ ਨਾ 50-30 ਨਹੀਂ ਹੁਣ ਤੇ ਲੱਖਾਂ ਦੇ ਵਿੱਚ ਕਵੋ ਇਸ ਵਾਸਤੇ ਕਿ ਹੁਣ ਹਰ ਮੁਲਕ 'ਚ ਜਲਸਾ ਹੋ ਰਿਹਾ ਵਾ ਪਹਿਲੇ ਸਿਰਫ ਜਲਸਾ ਸਾਲਾਨਾ ਯੂਕੇ ਦੇ ਵਿੱਚ ਕਿੰਨੇ ਬੰਦੇ ਸਨ ਸਾਹਿਬ ਯੂਕੇ ਦੇ ਵਿੱਚ ਸਾਰੇ ਆਂ ਦੀ ਸ਼ਾਮਲ ਨਹੀਂ ਸੀ ਹੈਗੇ ਜਾਂ ਕਿੰਨੇ ਸਨ ਫਿਰ ਵੀ ਸਕਿਆ ਔਰ ਜ਼ਿਆਦਾ ਕੁਝ ਦੂਸਰੇ ਮੁਲਕਾਂ 'ਚ ਕੋਈ 1-2 ਜਾਂਦੇ ਜਲਸਾ ਸਾਲਾਨਾ ਅਮਰੀਕਾ ਦੇ ਵਿੱਚ ਕਿੰਨੇ ਬੰਦੇ ਸਨ ਮੈਂ ਕਿਹਾ ਕਿਸੇ ਮੁਲਕ 'ਚ ਵੀ ਜਲਸਾ ਹੋਵੇ ਕਿੰਨੇ ਸਨ ਦੱਸੋ ਤੁਸੀਂ ਨਾ ਉੱਥੇ ਨਹੀਂ ਸ਼ਾਮਲ ਹੁੰਦੇ 4000 ਜਲਸਾ 50 ਅਗਰ ਮਜਮੂਈ ਹਾਲ 50 ਤੇ 50 ਹੋ ਗਿਆ 50 ਤੇ 50 ਹੋ ਗਿਆ ਲੱਖ ਬਲਾਲ ਸਾਹਿਬ ਯੂਕੇ ਦੇ ਵਿੱਚ ਜਲਸਾ ਹੈ ਨਾ ਤੇ ਯੂਕੇ ਦੇ ਸਾਰੇ ਬੰਦੇ ਵੀ ਨਹੀਂ ਉਹਦੇ ਸ਼ਾਮਲ ਹੋਏ ਯਾਰ ਤੁਸੀਂ ਨਾ ਸਾਰੇ ਤੁਸੀਂ ਨਹੀਂ ਨਾ ਤੁਸੀਂ ਸਾਰੇ ਟਿਕਟੌਕ ਤੇ ਆਉਂਦੇ ਹੋ ਨਾ ਤੁਸੀਂ ਜਲਸੇ ਤੁਸੀਂ ਕਰਦੇ ਕੀ ਹੋ ਘਰ ਮੱਖੀਆਂ ਮਾਰਦੇ ਰਹਿੰਦੇ ਹੋ ਜੋ ਮਰਜ਼ੀ ਚੱਲੀਏ ਇਹਦਾ ਇਹ ਸਵਾਲ ਨਹੀਂ ਹੈਗਾ ਮੱਖੀਆਂ ਮਾਰ ਕੇ ਅਜੀਬ ਗੱਲ ਹੈ ਨਾ ਟਿਕਟੌਕ ਤੇ ਸਾਰੇ ਨੇ ਜਿੰਦ ਕੋ ਪੁੱਛ ਲਓ ਟਿਕਟੌਕ ਤੇ ਤਾਂ ਸਾਡੇ ਸਾਰੇ ਬੰਦੇ ਨਹੀਂ ਜਲਸੇ ਤੇ ਤੁਰ ਕੇ ਜਲਸੇ ਤੇ ਸਾਰੇ ਬੰਦੇ ਨਹੀਂ ਹੈ ਤੁਸੀਂ ਨਾ ਜਲਸੇ ਤੇ ਜਾਣਾ ਨਾ ਤੁਸੀਂ ਟਿਕਟੌਕ ਤੇ ਆਣਾ ਤੁਸੀਂ ਮਰੋ ਕਰਨਾ ਕੀ ਹੈ ਅੱਛਾ ਤੁਹਾਡੇ ਮੁਸਲਮਾਨਾਂ ਚ ਇਹ ਬੰਦੇ ਚਾਰ ਹੁੰਦੇ ਦੱਸੋ ਜੀ ਇਹਦੇ ਸਾਹਿਬ ਨੂੰ ਪੁੱਛੋ ਮੈਂ ਦੱਸਦਾ ਕਿੰਨੀ ਤਾਦਾਦ ਆ ਆਖਰੀ ਜਿਹੜਾ ਜਲਸਾ 1982 ਚ ਹੋਇਆ ਸੀ ਅਸੀਂ ਨਹੀਂ ਕਹਿੰਦੇ ਅੱਜ ਵੀ ਲਾਇਬ੍ਰੇਰੀਆਂ ਚਲ ਜਾਓ ਤੁਹਾਡੀਆਂ ਅਖਬਾਰਾਂ ਨੇ ਲਿਖਿਆ 4 ਲੱਖ ਪਾਕਿਸਤਾਨ ਦੇ ਵਿੱਚੋਂ ਨੁਮਾਇੰਦੇ ਆਏ ਨੇ ਸਾਰੇ ਵੀ ਨਹੀਂ ਇੱਕ ਘਰ ਦੇ ਵਿੱਚੋਂ ਸਾਰੇ ਲੋਕੀ ਨਹੀਂ ਆਉਂਦੇ 2-2 ਜਾਂ ਇੱਕ ਆਉਂਦੇ 4 ਲੱਖ ਤਾਦਾਦ ਹਾਲੇ ਵੀ ਨਹੀਂ ਯਕੀਨ ਤੇ ਨਵਾਏ ਵਕਤ ਦੇਖ ਲਓ ਜਾ ਕੇ ਮਸਾਵਾਤ ਦੇਖ ਲਓ ਨਵਾਏ ਵਕਤ ਜ਼ਿਆਦਾ ਕੰਮ ਜਿਹੜੇ ਨੇ ਨਵਾਏ ਵਕਤ ਨਾਲ ਹੀ ਠੀਕ ਹੁੰਦੇ ਨਵਾਏ ਵਕਤ ਦੀਆਂ ਖਬਰਾਂ ਸੱਚੀਆਂ ਹੁੰਦੀਆਂ ਜੰਗ ਦੇਖ ਲਓ ਇਹ ਤੁਹਾਡੀਆਂ ਅਖਬਾਰਾਂ ਨੇ ਸਾਡੀਆਂ ਅਖਬਾਰਾਂ ਨਹੀਂ ਤੁਹਾਡੀਆਂ ਅਖਬਾਰਾਂ ਨੇ ਦੇ ਵਿੱਚ ਨਵਾਂ ਆ ਜੰਗ ਅਖਬਾਰ ਤੇ ਨਵਾਏ ਵਕਤ ਤੁਹਾਡੀਆਂ ਅਖਬਾਰਾਂ ਨੇ ਸਾਡੀਆਂ ਨੇ ਦੇਖੋ ਜੀ ਨਵਾਏ ਵਕਤ ਸਾਡੀਆਂ ਨਹੀਂ ਤੁਹਾਡੀਆਂ ਅਖਬਾਰਾਂ ਨੇ ਦੇਖੋ ਜੀ ਨਵਾਏ ਵਕਤ ਤੋਂ ਕੋਈ ਵੀ ਮਸਲਾ ਹੱਲ ਕਰਨਾ ਹੋਵੇ ਨਵਾਏ ਵਕਤ ਵਿੱਚ ਦੇਖੋ
ਉਹਦੇ ਚ 72 और 73 72 ने मिल के 73 को अलहदा कर दिया और 72 73 ਦਾ ਮਸਲਾ ਉਹਦੇ ਚੱਲ ਹੋਇਆ ਨਵਾਏ ਵਕਤ ਵਿੱਚ ਤੇ ਰੱਬਾ ਦੇ ਵਿੱਚ ਜਿੱਥੇ 4 ਲੱਖ ਆਦਮੀ ਅੱਜ ਵੀ ਨਹੀਂ ਜਮਾ ਹੋ ਸਕਦੇ ਉੱਥੇ ਸਨ 83 ਦੇ ਜਮਾ ਹੋ ਗਏ 1.5 ਏਕੜ ਦੇ। ਅੱਛਾ ਅੱਜ ਵੀ ਨਹੀਂ, ਅੱਜ ਤੇ ਇਜਾਜ਼ਤ ਹੀ ਨਹੀਂ ਹੁਸੈਨੀ ਸਾਹਿਬ, ਨਹੀਂ ਜਗ੍ਹਾ ਦੀ ਅੱਜ ਤੇ ਇਜਾਜ਼ਤ ਹੀ ਨਹੀਂ, ਜਗ੍ਹਾ ਦੀ ਇਜਾਜ਼ਤ ਹੀ ਨਹੀਂ, ਜਗ੍ਹਾ ਇਤਨੀ ਨਹੀਂ ਹੈ। ਜਗ੍ਹਾ ਕਿਉਂ ਨਹੀਂ, ਜਗ੍ਹਾ ਕਿਉਂ ਨਹੀਂ ਉੱਥੇ? ਜਗ੍ਹਾ ਨਹੀਂ, ਉੱਥੇ ਜਗ੍ਹਾ ਹੀ ਜਗ੍ਹਾ ਨਾ ਜਗ੍ਹਾ ਹੀ ਜਗ੍ਹਾ। ਅੱਛਾ ਤੁਹਾਡੀਆਂ ਅਖਬਾਰਾਂ, ਅੱਛਾ ਤੁਹਾਡੇ ਸਮੇਤ ਤੁਹਾਡੀਆਂ ਅਖਬਾਰਾਂ ਵੀ ਝੂਠ ਬੋਲਦੀਆਂ ਸੀ। ਮੈਂ ਤਾਂ ਦੋਏ ਅਰਥ ਕੀਤੀਆਂ ਨੇ ਗੱਲਾਂ ਕਿ ਅਖਬਾਰ ਦੇ ਜ਼ਰੀਏ ਤੁਸੀਂ ਝੂਠ ਜਾਰੀ ਰੱਖੋ, ਜਿੰਨਾ ਬੋਲਦਾ ਸਰਕਾਰੀ ਮੁਸਲਮਾਨਾਂ ਦਾ ਮਿਲ ਕੇ ਮਾਰੋ ਝੂਠ। ਮੈਂ ਤੇ ਕਹੋ ਤੁਹਾਡੀਆਂ ਅਖਬਾਰਾਂ ਝੂਠ ਬੋਲਦੀਆਂ ਨੇ। ਤੁਹਾਡੀਆਂ ਅਖਬਾਰਾਂ ਜਿਹੜੀਆਂ ਖਬਰਾਂ ਸੱਚ ਹੁੰਦੀਆਂ ਨੇ ਸ਼ਾਮਲ ਲਵਾਏ ਵਕਤ ਜੰਗ ਦੇ ਵਿੱਚ ਸਾਰੀਆਂ ਅੱਛਾ ਵੀ ਜਵਾਨੋ ਰੁਕ ਜਾਓ, ਮੈਂ ਦੱਸਦਾ ਹਾਂ, ਸੁਣ ਲਓ। ਓਏ ਇੱਕ ਮਿੰਟ ਗਰੀ ਸਾਹਿਬ, ਅਖਬਾਰਾਂ ਨੇ ਪਹਿਲਾਂ ਤੇ ਮੈਂ ਦੱਸਦਾ, ਮੈਂ ਜਵਾਬ ਦਿੰਦਾ ਆਪਣੇ ਅਖਬਾਰਾਂ ਦਾ, ਮੈਂ ਦੇਣ ਲੱਗਾ ਜਵਾਬ, ਰੁਕ ਜਾਓ ਨਾ ਅਖਬਾਰਾਂ ਕਿ ਸਾਡੀਆਂ। ਉਹ ਬਾਈ ਰੁਕ ਜਾ ਨਾ, ਸਾਹ ਤੇ ਲੀਲਾ ਹੁਣ ਗਲਤ ਕਰਨ ਦੇ ਨਾ ਸਾਹਿਬ ਨੇ ਬੜੀ ਦਲੀਲ ਦਿੱਤੀ ਗੱਲ ਤੇ ਕਰਨ ਦੇ ਯਾਰ, ਤੂੰ ਗੱਲ ਕਰ ਲਈ ਹੁਣ ਗੱਲ ਕਰਨ ਦੇ। ਉਹ ਪਹਿਲਾਂ ਗੱਲ ਕਰਨੀ ਕਰ ਦਿੰਦੇ ਹੁਸੈਨੀ ਸਾਹਿਬ ਤੇ ਗੱਲ ਸ਼ੁਰੂ ਹੋ ਹੁਣ ਮੈਨੂੰ ਗੱਲ ਕਰਨ ਦਿਓ, ਹੁਣ ਮੈਂ ਗੱਲ ਕਰਨੀ ਹੈ। ਹੁਣ ਤੁਸੀਂ ਗੱਲ ਦੋਵਾਂ ਨੇ ਕਰ ਲਈ ਹੈ, ਹੁਣ ਮੇਰੀ ਵਾਰੀ ਹੈ। ਹੁਸੈਨੀ ਸਾਹਿਬ ਇਸ ਬੰਦੇ ਨੇ ਆਖਿਆ ਕਿ 1982 ਦੇ ਬੋਲ ਹਾਂ ਬੜਾ ਰਹੀਲ 1982 ਦੇ ਵਿੱਚ ਕਹਿੰਦਾ ਵੇ ਕਿ ਸਾਡੀ 4 ਲੱਖ ਤਾਦਾਦ ਸੀਗੀ ਰਬਵਾ ਦੇ ਵਿੱਚ, 4.5 ਲੱਖ ਬੰਦਾ ਜਲਸਾ ਸ਼ੁਰੂ ਹੋਇਆ। ਹੁਣ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ, 1953 ਦੇ ਵਿੱਚ ਜਿਹੜੀ ਜਸਟਿਸ ਮਨੀਰ ਇਨਕੁਆਇਰੀ ਨੇ ਇਨਕੁਆਇਰੀ ਕੀਤੀ ਸੀ ਨਾ, ਉਹਦੇ ਵਿੱਚ 2 ਲੱਖ ਤਾਦਾਦ ਇਹਨਾਂ ਨੇ ਦੱਸੀ ਹੈ ਪਾਕਿਸਤਾਨ ਦੇ ਵਿੱਚ, 2 ਲੱਖ ਤਾਦਾਦ। ਇਹ ਝੂਠ ਫੜ ਲਓ ਇਹਨਾਂ ਦਾ, 2 ਲੱਖ ਤਾਦਾਦ ਪਾਕਿਸਤਾਨ ਦੇ ਵਿੱਚ 1953 ਚ। 1982 ਚ ਕੀ ਤੁਸੀਂ ਆਪਣਾ ਨਹੀਂ, ਤੁਸੀਂ ਫੈਮਿਲੀ ਪਲਾਨਿੰਗ ਭੁੱਲ ਗਏ ਸੀ ਜਾਂ ਕੀ ਹੋ ਗਿਆ ਸੀ ਤੁਹਾਨੂੰ? ਗੱਲ ਸੁਣੋ, ਉਹ ਇਨਕੁਆਇਰੀ ਉਸੇ ਇਨਕੁਆਇਰੀ ਚ ਲਿਖਿਆ ਹੋਇਆ ਕਿ ਮੁਸਲਮਾਨ ਇੱਕ ਦੂਸਰੇ ਨੂੰ ਮੁਸਲਮਾਨ ਦੀ ਤਾਰੀਫ ਨਹੀਂ ਕਰ ਸਕੇ। ਉਹ ਭਾਈ ਅਸੀਂ ਮੱਧਮ ਸ਼ਮਾਲੀ ਦੀ ਗੱਲ ਕਰ ਰਹੇ ਹਾਂ ਕਿ ਮੁਸਲਮਾਨ ਦੀ ਤਾਰੀਫ ਦੀ ਗੱਲ ਹੋ ਰਹੀ ਹੈ। ਬਸ ਫਿਰ ਤੂੰ ਉੱਥੇ ਤੱਕ ਕਿਉਂ ਗਿਆ? ਉੱਥੇ ਤੱਕ ਤੁਹਾਡੀ ਜਮਾਤ ਨੇ 2 ਲੱਖ ਤਾਦਾਦ ਦੱਸੀ ਹੈ ਪਾਕਿਸਤਾਨ ਦੇ ਵਿੱਚ 1953 ਚ, ਤੇ 1982 ਚ ਤੁਸੀਂ ਫੈਮਿਲੀ ਪਲਾਨਿੰਗ ਭੁੱਲ ਗਏ ਸੀ। ਕੀ ਕੀਤਾ ਸੀ ਕਿ 4 ਲੱਖ ਕਰ ਲਈ 1953 ਤੇ ਫਿਰ ਕਿੰਨੇ ਅਰਸਾ ਦੇ ਵਿੱਚ ਜਨਾਬ ਉਹ ਤੇ ਹੋਏ ਕਿੰਨਾ ਸਾਰਾ 53 63 ਤੇ 73 ਉਹਨਾਂ ਨੇ ਪਾਕਿਸਤਾਨ ਦੀ ਤਾਦਾਦ ਨਹੀਂ ਸੀ ਪੁੱਛੀ। ਸੁਣ ਲਓ ਉਹਨਾਂ ਨੇ ਸੂਬਾ ਪੰਜਾਬ ਦੀ ਪੁੱਛੀ। 29 ਸਾਲਾਂ ਚ 30 ਸਾਲਾਂ ਚ ਤੁਹਾਡੀ ਤਾਦਾਦ ਡਬਲ ਹੋ ਗਈ। ਪੁੱਛੀ ਸੀ ਸਿਰਫ ਸੂਬਾ ਪੰਜਾਬ ਦੀ। ਉਹ ਭਾਈ ਉਹ ਤੂੰ ਹੋਸ਼ ਵਿੱਚ ਹੈ ਵੇ ਭਾਈ, ਤੂੰ ਹੋਸ਼ ਵਿੱਚ ਹੈ? ਤੈਨੂੰ ਹੋਸ਼ ਹੈ ਵੇ? ਕਿੱਥੇ ਲਿਖਿਆ, ਕਿਹੜੇ ਪੇਜ ਚ ਲਿਖਿਆ ਵਾ? ਉਹਨੇ 1953 ਕੱਢ, ਹਾਂ ਉਹ ਪੇਜ ਕੱਢ ਜਸਟਿਸ ਮਨੀਰ ਇਨਕੁਆਇਰੀ ਦਾ, ਮੈਨੂੰ ਦੱਸ, ਮੈਂ ਕਰ ਦੇਣਾ ਕਿ ਕੋਈ ਵੀ ਆਲਮ ਇਸਲਾਮ ਦੀ ਤਾਰੀਫ ਮਤਲਬ ਉਹ ਯਾਰ ਆਲਮ ਨੂੰ ਛੱਡ ਦੇ, ਇੱਕ ਤਾਂ ਤੁਹਾਡਾ ਮਜ਼ਹੀਆਂ ਦਾ ਬੜਾ ਮਸਲਾ ਵਾ, ਇੱਕ ਗੱਲ ਤੋਂ ਫੜੋ ਤਾਂ ਇੱਕ ਲੱਤ ਫੜੋ ਤਾਂ ਦੂਜੀ ਛਡਾ ਗਏ। ਅਗਰ ਮੈਂ ਕਿਸੇ ਇੱਕ ਮੌਲਵੀ ਦੀ ਉਹ ਰਹੀਲ ਤੂੰ ਕਿਹੜੇ ਕਾਂ ਖਾਦੇ ਨੇ, ਇਹ ਹਾਲਤ ਹੈ ਰਹੀਲ 1982 ਚ ਤੁਹਾਡੀ ਤਾਦਾਦ 4 ਲੱਖ ਸੀ, ਇਹਦਾ ਕੀ ਪ੍ਰੂਫ ਹੈ? ਬਹੁਤ ਲੱਗ ਰਹੀ ਹੈ ਨਾ ਕਿ ਹਿਸਾਬ ਕੋਈ ਨਹੀਂ ਯਾਰ ਕਿੱਡੇ ਕਸਮ ਅੱਲਾ ਦੀ, ਕੋਈ ਦਿਮਾਗੀ ਮਰੀਜ਼ ਹੈ ਪਤਾ ਨਹੀਂ ਇਹ ਬੰਦਾ। ਖੁਦਾ ਪਾਕ ਦੀ ਇਸ ਬਰਨੌਲ ਦੇ ਵਿੱਚ ਸੜ ਗਏ ਨੇ ਜਲਸਾ ਵੇਖ ਕੇ, ਬਰਨੌਲ ਇੰਨੀ ਕਿ ਲੱਗੀ ਹੈ ਸੜ ਗਏ। ਲਓ ਜੀ, ਮੇਰੇ ਖੁਦਾ ਨੂੰ ਅੱਲਾ ਦੀ ਕਸਮ ਖਾ ਕੇ ਨਾ, ਮੈਨੂੰ ਇਹ ਵੀ ਨਹੀਂ ਪਤਾ ਵੀ ਜਲਸਾ ਕਿਸ ਦਿਨ ਸੀਗਾ। ਅੱਲਾ ਦੀ ਕਸਮ ਹੈ, ਮੈਨੂੰ ਇਹ ਵੀ ਨਹੀਂ ਪਤਾ ਵੀ ਜਲਸਾ ਕਿਸ ਦਿਨ ਵੀ ਨਹੀਂ ਪਤਾ ਕਿ ਜਾਹਲੀਅਤ ਦੀ ਇੰਨੀ ਕਿ ਤਨਹਾ ਮਤਲਬ ਇੰਨੀ ਕਿ ਇੰਤਹਾ ਹੋ ਗਈ ਆ ਕਿ ਕਹਿ ਰਿਹਾ ਵਾ ਕਿ 50,000 ਬੰਦੇ ਜਿਹੜੇ ਨੇ ਇਹੀ ਜਲਸੇ ਤੇ ਨੇ। ਉਹ ਖੁਦਾ ਦਿਆ ਬੰਦਿਆ, ਪੂਰੀ ਦੁਨੀਆ ਦੇ ਜਲਸੇ ਹੁੰਦੇ ਨੇ ਔਰ ਹਰ ਘਰ ਦੇ ਵਿੱਚੋਂ ਸਾਰੇ ਜਾਂਦੇ। ਮੈਂ ਨਹੀਂ ਜਲਸੇ ਤੇ ਗਿਆ, ਮੈਂ ਵੀ ਨਹੀਂ ਗਿਆ। ਤੁਹਾਡੀ ਜਮਾਤ ਦੀ ਕਿੰਨੀ ਤਾਦਾਦ ਹੈ? ਟੋਟਲ ਤਾਦਾਦ ਕਿੰਨੀ ਬੰਦਾ ਜਾਂਦਾ ਵਾ ਘਰ ਦੇ ਵਿੱਚ? ਟੋਟਲ ਤਾਦਾਦ ਕਿੰਨੀ ਹੈ ਜਮਾਤ ਦੀ? ਕਰੋੜਾਂ ਦੇ ਵਿੱਚ। ਕੋਈ ਹੈ ਦਾ ਕੋਈ ਪ੍ਰੂਫ ਹੈ ਵੇ? ਉਹ ਪ੍ਰੂਫ ਹੁਣ ਤੁਹਾਨੂੰ ਸਿੱਧੀ ਹੈ, ਕੋਈ ਸਾਡੇ ਤੇ ਕੋਈ ਸ਼ਰਤ ਲੱਗੀ ਕਿ ਤੁਹਾਨੂੰ ਪ੍ਰੂਫ ਦੇਣਾ? ਤੁਸੀਂ ਸਾੜੀ ਸੜ ਕੇ ਮਰ ਜਾਓਗੇ ਐਵੇਂ। ਚਤੁਰ ਮਿਰਜ਼ਾ ਸਾਹਿਬ ਦੀ ਸੁਣ ਲਓ, ਉਹ ਤੁਹਾਡੇ ਸਾਹਿਬ ਦੀ ਕਹਿੰਦੇ ਸੀ, ਉਹ ਤੁਹਾਡੇ ਮੌਲਵੀ ਯਾਰ ਗੱਲ ਸੁਣ ਲੈ, ਤੂੰ ਗੱਲ ਸੁਣ ਲੈ ਜਾਣੀ, ਉਹ ਤੇਰੀ ਕੋਈ ਸੁਣ ਲੈ। ਤੁਹਾਡੇ ਮੌਲਵੀ ਕਹਿੰਦੇ ਸੀ ਕਾਦੀਆਂ ਤੋਂ ਬਾਹਰ ਨਹੀਂ ਆਵਾਜ਼ ਜਾਣੀ, ਪੂਰੀ ਦੁਨੀਆ ਦੇ ਗੱਲ ਤੇ ਸੁਣ ਲੈ ਨਾ, ਛੱਡਦੇ ਰਹੋ। ਉਹ ਤੂੰ ਚੁੱਪ ਕਰ ਸਕਦਾ ਰੀਲ? ਐਵੇਂ ਗੱਲ ਕੀ ਸੁਣਨ ਦੀ ਲੋੜ ਨਹੀਂ, ਚੁੱਪ ਕਰ ਸਕਦਾ? ਝੂਠ ਬੋਲੀ ਜਾਣਾ ਤੁਸੀਂ, ਜ਼ਬਾਨ ਮੂੰਹ ਚ ਪਾ ਸਕਦੇ। ਉਧਰ ਜਿੰਨਾ ਝੂਠ ਬੋਲੋਗੇ ਉਹ ਸ਼ਦਾਈ ਖਬਤੀ ਆਦਮੀ ਚੁੱਪ ਕਰ ਜਾ। ਜਾਹਿਲ ਇਨਸਾਨ ਜਿੰਨਾ ਝੂਠ ਬੋਲੇਗਾ ਓਨੀ ਸਾਡੀ ਤਬਲੀਗ ਹੋਣੀ ਹੈ। ਸਾਨੂੰ ਤੇ ਫਰਕ ਨਹੀਂ ਪੈਂਦਾ, ਜਿੰਨੀ ਤੂੰ ਝੂਠ ਬੋਲੇਗਾ ਲੋਕੀ ਤਹਿਕੀਕ ਕਰ ਲੈਣਗੇ। ਉਹ ਜਨਾਬ ਸਾਹਿਬ ਅਸੀਂ ਜਨਾਬ ਸਾਹਿਬ ਚਲੋ ਜੀ, ਮੈਂ ਝੂਠ ਮੈਂ ਸੁਣ ਲਓ, ਤਹਿਕੀਕ ਕਰੋ ਜੀ। ਮਿਰਜ਼ਾ ਸਾਹਿਬ ਨੇ ਅਬਦੁੱਲਾ ਆਥਮ ਦੇ ਪੇਜ ਕੋਈ ਗੱਲ ਕੀਤੀ ਸੀ ਕਿ ਝੂਠੀ ਸਾਬਤ ਹੋਈ। ਜਿਹੜੇ ਸੱਚੇ ਲੋਕੀ ਨੂੰ ਤੀ ਕਰ ਰਹੇ ਨੇ, ਅਹਿਮੀਅਤ ਚਾਹੇ ਜਾ ਰਹੇ ਨੇ। ਹੋਰ ਕਹਿੰਦਾ ਤਹਿਕੀਕ ਕਰਨ ਦੀ ਲੋੜ ਕੋਈ ਨਹੀਂ ਯਾਰ, ਕੀ ਬੰਦਾ ਕੀ ਕਿਉਂ ਕਰਨੀ ਹੈ?
ਜਿਹੜੇ ਬੰਦਿਆਂ ਤੇ ਮੋਹਰਾਂ ਲੱਗੀਆਂ ਉਹਨਾਂ ਨੂੰ ਤਹਿਕੀਕ ਕਰਨ ਦੀ ਲੋੜ ਹੀ ਨਹੀਂ। ਤੁਹਾਨੂੰ ਕੀ ਤਹਿਕੀਕ, ਤੁਸੀਂ ਕਿਉਂ ਕਰਨੀ ਤਹਿਕੀਕ? ਜ਼ਰੂਰਤ ਹੀ ਨਹੀਂ ਹੈ। ਉਹ ਖੁਦਾ ਦਿਆ ਬੰਦਿਆ, ਉਹ ਬਈ ਹਰ ਸਾਲ ਤੁਸੀਂ ਜ਼ੋਰ ਲਾਉਂਦੇ ਹੋ ਕਿ ਸਾਡਾ ਜਲਸਾ ਨਾ ਹੋਵੇ, ਉਹ ਪੂਰੀ ਦੁਨੀਆ 'ਚ ਜਲਸੇ ਹੋ ਰਹੇ। ਮੌਲਵੀ ਕਹਿੰਦੇ ਸੀ, ਹੁਣ ਮੌਲਵੀ ਖੁਦ ਕਹਿਣ ਦੇ ਨੇ ਸਾਨੂੰ ਚੰਦਾ ਦੇਵੋ। ਕਸਮ ਖੁਦਾ ਦੀ, ਇੱਕ ਮੌਲਵੀ ਜਿਹੜਾ ਸਾਡੇ ਚੰਦੇ ਦੀ ਮੁਖਾਲਫਤ ਕਰਦਾ ਸੀ, ਰਸ਼ੀਦ, ਜਿਹਨੇ ਉਹ ਐਲਾਨ ਕਰਦਾ ਪਿਆ ਕਿ ਖੁਦਾ ਦੇ ਵਾਸਤੇ ਸਾਨੂੰ ਵੀ ਚੰਦੇ ਦੇਵੋ ਜਿਸ ਤਰ੍ਹਾਂ ਅਹਿਮਦੀ ਦਿੰਦੇ ਨੇ। ਉਹ ਕਿਸ ਤਰ੍ਹਾਂ ਨਕਲ ਕਰੋਗੇ? ਅੱਲਾ ਵਾਲੇ ਲੋਕਾਂ ਦੀ ਨਕਲ ਕਰਦੇ ਹੋ, ਲਾਨਤੀ ਹੋ। ਹੁਣ ਤੂੰ ਗਾਲ, ਅगर तू लफ्ज़ दोबारा बोलिया मैं तेरा मिर्जा टंग देना ही हूँ। बेहतरीन हो गया। गल ये है, सियाने कहते ने भाई, मैं हुण की आखा, मैं हुण नहीं कहना चाहता। बात यह है भाई, आपकी तादाद 1953 के अंदर 2 लाख या 2.5 लाख इतना आपने जमा करवाया था खुद 1953 में। 29 सालों में आपकी तादाद 2 लाख से बढ़ के 4 लाख हो गई। इसका कोई सबूत, कोई एविडेंस? 2 लाख बंदे ने अगर हर एक इंसान ने एक एक बच्चा पैदा किया हो, अब हर एक इंसान तो मर्द भी होंगे, बीच में बूढ़े बच्चे भी होंगे, तो 4 लाख बंदी मौत की, मतलब कोई अकल ना थोड़ी दुश्मनी है यार। दूसरी बात यह है कि कोई किसी जमात की तादाद बढ़ना या कम होना ये किसी की सदाकत की दलील नहीं है। रसूलुल्लाह सल्लल्लाहु अलैहि वसल्लम जब अकेले थे तो तब भी सच्चे थे, और आज दुनिया में करोड़ों अरबों मुसलमान हैं तब भी सच्चे हैं। भाई सदाकत का ताल्लुक दलील से है। कुल हातु बुरहानकुम इन कुंतुम सादिकीन, सच्चे हो तो दलील लेकर आओ। हम कहते हैं सच्चे हो तो मिर्ज़ा गुलाम अहमद कादियानी साहब की सदाकत के ऊपर दलील लेकर आओ। इन्हों क्यों हो गया? ये क्यों है की तरफ ट्रोसिकत तो माइक खोलो, ये क्या बोगी मारी तुमने? ट्रोसिकत क्या हुआ है? ओ बच्चा सी इसमें बच्चा फैमिली में चलते ना तो ने बच्चे और नहीं, और कश्मीरी साहब है, आप सीखा, कसम है आपसे, अल्लाह की कसम है। क्या सिकर साहब खुद किया आपने?